ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਾਂ ਨਿਗਾਹ ਮਾਰ ਲਈਏ ਦੁਨੀਆ ਦਾ ਹਾਲ ਕੀ ਹੈ ਕਰੋਨਾ ਦੇ ਹਵਾਲੇ ਨਾਲ, 42 ਲੱਖ ਤੋਂ ਵੱਧ ਲੋਕ ਜਿਹੜੇ ਨੇ ਕਰੋਨਾ ਨਾਲ ਪੀੜਤ ਹੋ ਚੁੱਕੇ ਨੇ ਔਰ 2,84,000 ਇਸ ਦੁਨੀਆ ਤੋਂ ਜਾ ਚੁੱਕੇ ਨੇ, 15 ਲੱਖ ਠੀਕ ਵੀ ਹੋਏ ਨੇ। ਤੇ ਜੇ ਦੇਸ਼ ਦੀ ਗੱਲ ਕਰੀਏ, ਭਾਰਤ ਦੇ ਵਿੱਚ 67,000 ਤੋਂ ਵੱਧ ਲੋਕ ਕਰੋਨਾ ਦੇ ਰੋਗੀ ਨੇ ਔਰ 2,215 ਮੌਤਾਂ ਭਾਰਤ 'ਚ ਹੋ ਚੁੱਕੀਆਂ ਨੇ ਤੇ 21,000 ਜਿਹੜੇ ਲੋਕ ਠੀਕ ਵੀ ਹੋਏ ਨੇ। ਪੰਜਾਬ ਦੇ ਵਿੱਚ ਵੀ ਗਿਣਤੀ ਲਗਾਤਾਰ ਵੱਧ ਰਹੀ ਹੈ। 1910 ਕਰੋਨਾ ਪੀੜਤ ਪੰਜਾਬ 'ਚ ਹੋ ਗਏ ਨੇ ਅੱਜ, ਤੇ ਮੌਤਾਂ ਦੀ ਗਿਣਤੀ ਵੀ ਵੱਧ ਕੇ 32 ਹੋ ਗਈ ਹੈ। 166 ਜਿਹੜੇ ਠੀਕ ਹੋਏ ਨੇ ਪੰਜਾਬ ਦੇ ਵਿੱਚ। ਇਸ ਹਾਲਾਤ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਸੰਕਟ ਕਈ ਕਿਸਮ ਦੇ ਸਾਨੂੰ ਨੇ। ਇਹ ਸੰਕਟ ਤਾਂ ਹੈ ਹੀ, ਤੇ ਹਰ ਪੱਧਰ ਤੇ ਖਾਸ ਤੌਰ ਤੇ ਆਰਥਿਕ ਪੱਧਰ ਤੇ ਆਰਥਿਕਤਾ ਦੇ ਵਿੱਚ ਵੀ ਖਾਸ ਤੌਰ ਤੇ ਖੇਤੀ ਆਰਥਿਕਤਾ ਬੜੇ ਮੁਸ਼ਕਲ ਨਾਲ ਜਿਹੜੀ ਹੈ। ਹੁਣ ਕਣਕ ਦੀ ਵਾਢੀ ਹੋਈ, ਚੱਕੀ ਗਈ, ਜਿਵੇਂ ਵੀ ਚੱਕੀ ਗਈ, ਔਰ ਹੁਣ ਝੋਨੇ ਦੀ ਲਵਾਈ ਹੈ। ਝੋਨੇ ਦੀ ਲਵਾਈ ਤੋਂ ਪਹਿਲਾਂ 10 ਲੱਖ ਮਜ਼ਦੂਰ ਜਾਣਾ ਚਾਹੁੰਦੇ ਨੇ ਜਿਹੜੇ ਪੰਜਾਬ 'ਚ ਆਏ ਨੇ। ਆਉਣਾ ਤਾਂ ਕੀ ਸੀ ਝੋਨਾ ਲਾਉਣ ਲਈ, ਉਹ ਜਿਹੜੇ ਇੰਡਸਟਰੀਅਲ ਲੇਬਰ ਹੈ ਉਹ ਵੀ ਵਾਪਸ ਜਾ ਰਹੀ ਹੈ। ਐਗਰੀਕਲਚਰ ਲੇਬਰ ਆ ਨਹੀਂ ਰਹੀ, ਖੇਤੀਬਾੜੀ ਨਾਲ ਸੰਬੰਧਿਤ ਮਜ਼ਦੂਰ ਆ ਨਹੀਂ ਰਹੇ। ਝੋਨਾ ਲਾਉਣਾ ਸੀ ਸੋਸ਼ਲ ਡਿਸਟੈਂਸ ਰੱਖ ਕੇ, ਜਿਹਨੂੰ ਸਮਾਜਿਕ ਦੂਰੀ ਕਹਿੰਦੇ ਆ, ਜਿਹਨੂੰ ਫਿਜ਼ੀਕਲ ਤੁਸੀਂ ਡਿਸਟੈਂਸ ਕਹਿ ਸਕਦੇ ਹੋ, ਦੂਰੀ ਕਹਿ ਸਕਦੇ ਹੋ। ਇਸ ਹਾਲਾਤ ਦੇ ਵਿੱਚ ਟਾਈਮ ਤਾਂ ਜ਼ਿਆਦਾ ਚਾਹੀਦਾ ਸੀ, ਕੰਮ ਸਲੋ ਹੋਣਾ ਸੀ, ਮਜ਼ਦੂਰਾਂ ਦਾ ਵੀ ਸੰਕਟ ਔਰ ਟਾਈਮ ਦਾ ਵੀ ਸੰਕਟ। ਤੇ ਸਰਕਾਰ ਨੂੰ ਕਿਹਾ ਸੀ ਕਿ 1 ਜੂਨ ਘੱਟੋ ਘੱਟ ਤੁਸੀਂ ਲਾਉਣ ਦੀ, ਝੋਨਾ ਲਵਾਈ ਦੀ ਮਿਤੀ ਡਿਕਲੇਅਰ ਕਰੋ। ਲੇਕਿਨ ਪਿਛਲੇ ਸਾਲ 13 ਸੀ, ਇਸ ਵਾਰ ਸਰਕਾਰ ਨੇ ਇਸ ਸੰਕਟ 'ਚ ਵੀ 10 ਕੀਤੀ ਹੈ। ਸਾਰੀਆਂ ਕਿਸਾਨ ਯੂਨੀਅਨ ਨੇ ਇਸ ਨੂੰ ਰੱਦ ਕੀਤਾ ਹੈ, ਆਮ ਕਿਸਾਨਾਂ ਨੇ ਇਸ ਨੂੰ ਰੱਦ ਕੀਤਾ ਹੈ, ਪੋਲੀਟੀਕਲ ਪਾਰਟੀਆਂ ਵੀ ਇਹਦੇ ਖਿਲਾਫ ਨੇ ਵੀ 10 ਜੂਨ ਦੀ ਬਜਾਏ 1 ਜੂਨ ਹੋਣਾ ਚਾਹੀਦਾ। 1-2 ਕਿਸਾਨ ਯੂਨੀਅਨ ਦੇ ਲੀਡਰਾਂ ਨਾਲ ਮੇਰੀ ਗੱਲ ਹੋਈ, ਉਹ ਤਾਂ ਕਹਿੰਦੇ, ਅਸੀਂ ਕਹਿੰਦੇ ਕਿ ਇਹ 20 ਜਿਹੜਾ ਹੈ ਮਈ ਨੂੰ ਸ਼ੁਰੂ ਹੋ ਜਾਣਾ ਚਾਹੀਦੀ ਹੈ ਲਵਾਈ। ਤਾਂ ਬਹੁਤ ਕੁਝ ਚੱਲ ਰਿਹਾ ਹੈ। ਤੇ ਦੂਜੇ ਪਾਸੇ ਮਜ਼ਦੂਰਾਂ ਦਾ ਸੰਕਟ ਵੀ ਸਾਨੂੰ ਪਤਾ ਆਪਣੇ ਸਿਰ ਤੇ ਹੈ। ਇਹ ਸਾਰਿਆਂ ਦੇ ਵਿੱਚ ਸਰਕਾਰ ਔਰ ਕਿਸਾਨ ਔਰ ਮਜ਼ਦੂਰ ਇਹ ਸਾਰੇ ਕੀ ਸੋਚਦੇ ਨੇ, ਕਿਸ ਪਾਸੇ ਨੂੰ ਇਹ ਪ੍ਰੋਬਲਮ ਜਾਏਗੀ, ਇਹ ਤੇ ਅੱਜ ਆਪਾਂ ਚਰਚਾ ਕਰਨੀ ਹੈ। ਤੇ ਚਰਚਾ ਕਰਨ ਲਈ ਸਾਡੇ ਸਟੂਡੀਓ ਦੇ ਵਿੱਚ ਜਿਹੜੇ ਮਹਿਮਾਨ ਆਏ ਨੇ, ਜੁੜੇ ਨੇ ਸਾਡੇ ਸਟੂਡੀਓ ਨਾਲ, ਮੈਂ ਤੁਹਾਨੂੰ ਵਾਰ-ਵਾਰ ਦੱਸਦਾ ਕਿ ਅਸੀਂ ਸਟੂਡੀਓ ਨਾਲ ਜੁੜਦੇ ਹਾਂ। ਅੱਜ ਕੱਲ੍ਹ ਮੈਂ ਵੀ ਆਪਣੇ ਘਰ ਬੈਠਾ ਔਰ ਜਿਹੜੇ ਬਾਕੀ ਮਹਿਮਾਨ ਨੇ ਉਹ ਵੀ ਆਪਣੇ ਆਪਣੇ ਘਰਾਂ 'ਚੋਂ ਸਾਡੇ ਨਾਲ ਜੁੜ ਕੇ ਇਹ ਪ੍ਰੋਗਰਾਮ ਕਰਦੇ ਨੇ। ਤੇ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਗਰੁੱਪ ਦੇ ਜਨਰਲ ਸਕੱਤਰ ਸਰਦਾਰ ਜਗਮੋਹਨ ਸਿੰਘ ਸਾਹਿਬ ਨੇ, ਔਰ ਤੇ ਨਾਲ ਸਾਡੇ ਸਰਦਾਰ ਕਲਤਾਰ ਸਿੰਘ ਸਧਵਾਂ ਸਾਹਿਬ ਨੇ, MLA ਨੇ ਕੋਟਕਪੂਰਾ ਤੋਂ, ਆਮ ਆਦਮੀ ਪਾਰਟੀ ਦੇ, ਪਰ ਨਾਲ ਉਹ ਆਮ ਆਦਮੀ ਪਾਰਟੀ ਦਾ ਜਿਹੜਾ ਐਗਰੀਕਲਚਰ ਦਾ ਵਿੰਗ ਹੈ, ਖੇਤੀਬਾੜੀ ਵਿੰਗ ਹੈ, ਉਹਦੇ ਪ੍ਰਧਾਨ ਨੇ। ਤੇ ਨਾਲ ਸਾਡੇ ਸੀਨੀਅਰ ਪੱਤਰਕਾਰ ਤੇ ਚੜ੍ਹਦੀ ਕਲਾ ਦੇ ਐਡੀਟਰ ਦਰਸ਼ਨ ਸਿੰਘ ਦਰਸ਼ਕ ਇਸ ਪ੍ਰੋਗਰਾਮ 'ਚ ਜੁੜੇ ਨੇ। ਤੁਹਾਡਾ ਸਭ ਦਾ ਸਵਾਗਤ ਜੀ ਇਸ ਪ੍ਰੋਗਰਾਮ ਦੇ ਵਿੱਚ। ਜਗਮੋਹਨ ਜੀ, ਤੁਹਾਡੇ ਤੋਂ ਗੱਲ ਸ਼ੁਰੂ ਕਰਨੀ ਹੈ। ਗੱਲ ਇਹ ਹੈ, ਭਾਰਤੀ ਕਿਸਾਨ ਯੂਨੀਅਨ ਬਹੁਤ ਨੇ, ਖੈਰ ਇਹ ਆਪਣਾ ਇਸ਼ੂ ਤਾਂ ਇਹ ਹੈ, ਲਗਭਗ ਸਾਰੀਆਂ ਯੂਨੀਅਨ, ਉਹਨਾਂ ਨੇ 10 ਤਰੀਕ ਤਾਂ ਸਰਕਾਰ ਦੀ ਕਰਤੀ ਰੱਦ, ਉਹਨੂੰ 10 ਤਰੀਕ ਕਹਿੰਦੇ ਨਹੀਂ ਅਸੀਂ ਘੱਟੋ ਘੱਟ 1 ਜੂਨ। ਤੇ ਦੂਜੇ ਪਾਸੇ ਸੰਕਟ ਵੀ ਵੱਡਾ ਮਜ਼ਦੂਰਾਂ ਦਾ। ਇਹ ਸਾਰੇ ਹਾਲਾਤ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਕਰੋਨਾ ਦੀ ਲੜਾਈ ਦੇ ਵਿੱਚ ਜਿਹੜਾ ਇੱਕ ਖੇਤੀ ਸੈਕਟਰ ਆ, ਸਰਵਿਸ ਸੈਕਟਰ ਤੇ ਇੰਡਸਟਰੀ ਸੈਕਟਰ ਦਾ ਕੀ ਹਾਲ ਆ ਉਹਦੇ ਆਪਾਂ ਚਰਚਾ ਨਾ ਕਰੀਏ, ਪਰ ਖੇਤੀ ਸੈਕਟਰ ਜਿਹੜਾ ਉਹ ਲਗਾਤਾਰ ਚੱਲ ਰਿਹਾ। ਉਹਦੀ ਜਿਹੜੀ ਮਤਲਬ ਗਰੋਥ ਆ, ਜਿਹੜੀ ਉਹਦੀ ਮਤਲਬ GDP ਦੇ ਵਿੱਚ ਹਿੱਸਾ ਹੈ, ਉਹ ਥੋੜੇ ਬਹੁਤੇ ਫਰਕ ਨਾਲ ਘਟਿਆ ਜ਼ਰੂਰ ਆ, ਪਰ ਉਹਦੇ 'ਚ ਇੱਕ ਲਗਾਤਾਰਤਾ ਹੈਗੀ ਆ। ਤੇ ਖੇਤੀ ਸੈਕਟਰ ਦੇ ਵਿੱਚ ਕੰਮ ਕਰਨ ਵਾਲਾ, ਚਾਹੇ ਖੇਤ ਮਜ਼ਦੂਰ ਹੈ, ਚਾਹੇ ਕਿਸਾਨ ਆ, ਉਹਨੂੰ ਜਿਵੇਂ ਸਰਕਾਰਾਂ ਨੂੰ ਮਹੱਤਤਾ ਦੇਣੀ ਚਾਹੀਦੀ ਸੀ, ਕੇਂਦਰ ਸਰਕਾਰ ਨੂੰ, ਸੂਬਾ ਸਰਕਾਰਾਂ ਨੂੰ, ਉਸ ਤਰ੍ਹਾਂ ਮਹੱਤਤਾ ਨਹੀਂ ਦੇਣੀ ਚਾਹੀਦੀ। ਇਹਨਾਂ ਨੂੰ ਵੀ ਮਤਲਬ ਕਿਸਾਨਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਯੋਧੇ ਮੰਨਣਾ ਚਾਹੀਦਾ, ਜਿਹੜੇ ਕਿ
फोर फ्रंट ਤੇ ਲੜ ਰਹੇ ਨੇ। ਪਿਛਲੇ ਸਮੇਂ 'ਚ ਇੰਨਾ ਅੰਨ ਪਦਾਰਥ ਸੀ ਤਾਂ ਅਸਾਮ ਤੱਕ, ਮਤਲਬ ਤਮਿਲਨਾਡੂ ਤੱਕ, ਪੰਜਾਬ 'ਚੋਂ ਗੱਡੀਆਂ ਫਟਾਫਟ ਚੌਲਾਂ ਦੀਆਂ, ਕਣਕ ਦੀਆਂ ਅਜੇ ਤੱਕ ਜਾ ਰਹੀਆਂ ਨੇ, ਜਿਹੜੀਆਂ ਪਿਛਲੇ 1-1.5 ਮਹੀਨੇ ਤੋਂ ਜਾ ਰਹੀਆਂ ਨੇ। ਇਸ ਕਰਕੇ ਜੇ ਇਸ ਦੇ ਵਿੱਚ ਸੰਕਟ ਦੇ ਵਿੱਚ ਸਰਕਾਰ ਕੰਮ ਨਾ ਬਣੀ ਔਰ ਇਹਨਾਂ ਨੂੰ ਮਤਲਬ ਇੱਕ ਯੋਧੇ ਨਾ ਮੰਨਿਆ, ਯੋਧੇ ਮੰਨਦਿਆਂ ਇਹਨਾਂ ਦੀ ਪਿੱਠ ਨਾ ਥਾਪੜੀ, ਇਹਨਾਂ ਨੂੰ ਸਹਾਇਤਾ ਨਾ ਦਿੱਤੀ, ਇਹਨਾਂ ਦਾ ਮੌਕੇ ਸਿਰ ਮੁਲਾਂਕਣ ਕਰਕੇ ਜੋ ਕੀਤਾ ਜਾ ਸਕਦਾ ਉਹ ਨਾ ਕੀਤਾ ਸਰਕਾਰਾਂ ਨੇ, ਚਾਹੇ ਸੂਬਾ ਸਰਕਾਰ ਜਾਂ ਕੇਂਦਰ ਸਰਕਾਰ ਆ। ਖੇਤੀ ਸੈਕਟਰ ਦਾ ਜਿਹੜਾ ਸੰਕਟ ਆ ਉਹ ਬਿਲਕੁਲ ਦੇਸ਼ ਨੂੰ ਬਹੁਤ ਨੀਚੇ ਲੈ ਜਾਊਗਾ ਆਰਥਿਕ ਪੱਖੋਂ, ਕਿਉਂਕਿ ਰੋਟੀ ਤਾਂ ਬਿਨਾਂ ਕੰਮ ਨਹੀਂ ਚੱਲਣਾ। ਰੋਟੀ ਤੋਂ ਭਾਵ ਜੇ ਸਵੇਰੇ ਚਾਹ ਪੀਣੀ ਆ ਤਾਂ ਚਾਹ ਪੱਤੀ ਵੀ ਕਿਸਾਨ ਦੀ ਆ, ਦੁੱਧ ਵੀ ਕਿਸਾਨ ਦਾ ਹੈ, ਉਹਦੇ ਚੀਨੀ ਪਾਉਣੀ ਉਹ ਵੀ ਕਿਸਾਨ ਦੀ ਆ। ਇਸ ਕਰਕੇ ਇਹ ਜਿਹੜੀ ਕੰਮ ਹੈ ਖੇਤ ਮਜ਼ਦੂਰਾਂ ਦੇ, ਕਿਸਾਨਾਂ ਦਾ, ਇਹਦੇ ਵੱਲ ਸਰਕਾਰਾਂ ਦਾ ਬਿਲਕੁਲ ਧਿਆਨ ਨਹੀਂਗਾ। ਦੇਖੋ ਕਿੰਨੀ ਵੱਡੀ ਗੱਲ ਆ ਕਿ ਪਿਛਲੀ ਵਾਰੀ ਆਪਦੇ ਚੋਣ ਪਾਰਲੀਮੈਂਟ ਦੀਆਂ ਚੋਣਾਂ ਦੇ ਚੱਕਰ ਦੇ ਵਿੱਚ 13 ਜੂਨ ਇਹਨਾਂ ਨੇ ਆਰਾਮਨਾ ਕਰਤੀ ਸੀ, ਤਾਂ ਹੁਣ ਇਹ ਨੋਟੀਫਿਕੇਸ਼ਨ ਕਰਤੇ ਪਏ ਨੇ। ਅਫਸਰ ਸਹੀ ਦੱਸ ਰਹੀ ਹੈ ਕਿ ਅਸੀਂ 10 ਦਿਨ ਐਡਵਾਂਸ ਕਰਤਾ, ਕੀਤਾ 3 ਦਿਨ ਜੀ। ਇਹਨਾਂ ਨੂੰ 1 ਜੂਨ ਨੂੰ ਫਰਕ ਕੀ ਪੈਂਦਾ? ਦੇਖੋ 1 ਜੂਨ ਕਰਨ ਚ ਫਰਕ ਕੀ ਪੈਂਦਾ? ਅਸੀਂ ਤਾਂ ਐਲਾਨ ਕਰਤਾ ਕਿ ਇਹੀ ਸਵਾਲ ਮੈਂ ਤੁਹਾਨੂੰ ਪੁੱਛਣਾ ਸੀ ਵੀ ਇਹਨਾਂ ਦੇ ਕੀ ਹੈ, ਕੋਈ ਬਿਜਲੀ ਦਾ ਸੰਕਟ ਵੀ ਨਹੀਂ ਇਸ ਵਾਰ ਤਾਂ? ਦੇਖੋ ਬਿਜਲੀ ਦਾ ਕੋਈ ਸੰਕਟ ਕਿਉਂ ਨਹੀਂ ਕਰਦੇ? ਇਹਨਾਂ ਨੇ ਕਾਮਨ ਬੂਥ ਵਿੱਚ ਬਿਜਲੀ ਬੋਰਡ ਦੇ ਚੇਅਰਮੈਨ ਨੇ ਗੈਰ ਰਸਮੀ ਤੌਰ ਤੇ ਸਾਡੇ ਨਾਲ ਗੱਲਬਾਤ ਦੌਰਾਨ ਕਿਹਾ ਵੀ ਸਾਡੀ ਕਾਮਨ ਦੇ ਵਿੱਚ ਕੋਈ ਬੰਦਾ ਬਿਜਲੀ ਕੋਈ ਵੀ ਸਟੇਟ ਬਿਜਲੀ ਖਰੀਦ ਨਹੀਂ ਰਿਹਾ, 1 ਜਾਂ 1.5-2 ਰੁਪਏ ਯੂਨਿਟ ਵੀ ਨਹੀਂ ਖਰੀਦ ਰਿਹਾ। ਬਿਜਲੀ ਇਹਨਾਂ ਕੋਲ ਸਰਪਲਸ ਆ, ਥਰਮਲ ਇਹਨਾਂ ਨੂੰ ਬੰਦ ਕਰਨੇ ਪੈ ਰਹੇ ਨੇ, ਲੋਕਲ ਇੰਡਸਟਰੀ ਸਾਰੀ ਬੰਦ ਆ। ਇਸ ਕਰਕੇ ਬਿਜਲੀ ਦੀ ਕੋਈ ਪ੍ਰੋਬਲਮ ਨਹੀਂ ਗਈ। ਬਿਜਲੀ ਤਾਂ ਇਹਨਾਂ ਨੂੰ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਨੇ ਉਹਨਾਂ ਨੂੰ ਤਾਂ ਪੈਸੇ ਪ੍ਰੋਬਲਮ। ਜਗਮੋਹਨ ਜੀ ਫਿਰ ਤੁਸੀਂ ਕੀ ਸਮਝਦੇ ਹੋ ਪ੍ਰੋਬਲਮ ਕੀ ਆ? ਕਿਉਂ ਨਹੀਂ ਸਰਕਾਰ ਇਹ ਕਿਸਾਨਾਂ ਦੀ ਇਸ ਤਰ੍ਹਾਂ ਗੱਲ ਮੰਨਣ ਨੂੰ ਤਿਆਰ? ਅਸਲ ਵਿੱਚ ਪ੍ਰੋਬਲਮ ਹੈ ਵੀ ਇਹਨਾਂ ਨੂੰ ਇੱਕ ਕਿਸਮ ਦਾ ਫੋਬੀਆ ਹੋ ਗਿਆ। ਫੋਬੀਆ ਹੋਣਾ ਵੀ ਚਾਹੀਦਾ, ਫੋਬੀਆ ਸਾਨੂੰ ਵੀ ਆ। ਉਹ ਫੋਬੀਆ ਕੀ ਆ ਕਿ ਧਰਤੀ ਥੱਲੇ ਪਾਣੀ ਜਿਹੜਾ ਹੈ ਬਹੁਤ ਜ਼ਿਆਦਾ ਨਿਕਲ ਜਾਂਦਾ ਹੈ। ਜਦੋਂ ਅਸੀਂ ਐਡਵਾਂਸ ਝੋਨਾ ਲਾਉਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਪਾਣੀ ਥੱਲੇ ਡਾਰਕ ਜ਼ੋਨ ਹੋ ਰਹੇ ਨੇ, ਪਾਣੀ ਥੱਲੇ ਵਾਲਾ ਖਰਾਬ ਹੋ ਰਿਹਾ ਹੈ। ਦੇਖੋ ਪੰਜਾਬ ਦੇ ਕਿਸਾਨਾਂ ਦਾ ਮੈਂ ਨੁਮਾਇੰਦਾ, ਪੰਜਾਬ ਦਾ ਕਿਸਾਨ, ਸਾਡੀ ਤਾਂ ਚਾਵਲ ਸਾਡੀ ਖਰਾਬ ਹੀ ਨਹੀਂ। ਚਾਵਲ ਤਾਂ ਅਸੀਂ ਕੇਂਦਰੀ ਅੰਨ ਭੰਡਾਰ ਭਰਨ ਲਈ ਪਿਛਲੇ 50 ਸਾਲਾਂ ਤੋਂ ਪੈਦਾ ਕਰ ਰਹੇ ਹਾਂ, ਤੇ ਅਸੀਂ ਆਪਦੀ ਮਾਂ ਧਰਤੀ ਵੀ ਖਰਾਬ ਕਰ ਲਈ, ਅਸੀਂ ਆਪਦੇ ਪਾਣੀ ਵੀ ਡੂੰਘੇ ਕਰ ਲਏ, ਅਸੀਂ ਆਪਦਾ ਵਾਤਾਵਰਨ ਵੀ ਖਰਾਬ ਕਰ ਲਿਆ। ਤਾਂ ਉਹਦੇ ਬਾਵਜੂਦ ਵੀ ਇਹ ਲੋੜ ਹੈ, ਇੱਕ ਅਨਸਰ ਦੀ ਲੋੜ ਆ ਮਤਲਬ ਅੰਨ ਭੰਡਾਰ ਪੈਦਾ ਕਰਨਾ। ਇਹਦੇ ਲਈ ਮਤਲਬ ਪਾਣੀ ਜਿਹੜਾ 1 ਜੂਨ ਨੂੰ ਇੱਕਦਮ ਜੇ ਇੰਨੇ ਲੱਖ ਮੋਟਰ ਚੱਲ ਕੇ ਨਿਕਲਣਾ ਹੈ ਤਾਂ ਉਹ ਜੇ ਮਤਲਬ ਉਹ ਤੋਂ ਹੋਰ 10 ਦਿਨ ਪਹਿਲਾਂ 10 ਜੂਨ ਦੀ 1 ਜੂਨ ਨੂੰ ਜਾਂ 1 ਜੂਨ ਤੋਂ ਪਹਿਲਾਂ 5-4 ਦਿਨ ਬਿਜਲੀ ਚਲੀ ਜਾਵੇਗੀ ਤਾਂ ਪਾਣੀ ਦਾ ਝੋਨੇ ਨੇ ਉਨਾ ਹੀ ਲੈਣਾ। ਉਹਦੇ ਚ 19-21 ਦਾ ਫਰਕ ਪੈਣਾ ਹੈ। 19-21 ਦਾ ਫਰਕ ਪੈਣਾ ਹੈ। ਬਿਜਲੀ ਦਾ ਬਿੱਲ ਖਰਚਾ ਬੜਾ ਵਧੂ। ਬਿਲਕੁਲ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ, ਜਿਹੜੀਆਂ ਕਿਸਾਨ ਯੂਨੀਅਨਾਂ ਕਹਿ ਰਹੇ ਨੇ, ਤੁਹਾਡੀ ਯੂਨੀਅਨ ਵੀ ਕਹਿ ਰਹੀ ਹੈ, ਤੁਸੀਂ ਵੀ ਕਹਿ ਰਹੇ ਹੋ ਐਜ਼ ਏ ਲੀਡਰ, ਜ਼ਿਆਦਾ ਫਰਕ ਨਹੀਂ ਪੈਣਾ ਸੀ। ਫਰਕ ਇਹ ਹੈ ਕਿ ਜਿਹੜੇ ਇੱਕ ਪਾਸੇ ਮਜ਼ਦੂਰ ਨਹੀਂ, ਦੂਜੇ ਪਾਸੇ ਆਰਾਮ ਨਾਲ ਕੰਮ ਹੁੰਦਾ, ਸੋਸ਼ਲ ਡਿਸਟੈਂਸ ਰੱਖ ਕੇ ਹੁੰਦਾ। ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਰਦਾਰ ਸਤਪਾਲ ਸਿੰਘ ਸਿੱਧੂ ਵੀ ਜਿਹੜੇ ਨੇ ਸ਼ਾਮਲ ਹੋ ਗਏ ਨੇ, ਸਾਬਕਾ SSP ਔਰ ਸਿਆਸੀ ਟਿੱਪਣੀਕਾਰ। ਕੁਲਤਾਰ ਸਿੰਘ ਸਾਧਵਾਂ ਜੀ, ਤੁਸੀਂ ਚਲੋ MLA ਹੋ ਆਮ ਆਦਮੀ ਪਾਰਟੀ ਦੇ, ਇਹ ਤੋਂ ਇਲਾਵਾ ਤੁਸੀਂ ਖੇਤੀ ਵੀ ਜਿਹੜਾ ਹੈ ਕਾਸ਼ਤਕਾਰ ਹੋ ਔਰ ਕਿਸਾਨਾਂ ਦੇ ਨੁਮਾਇੰਦੇ ਹੋ, ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿੰਗ ਦੇ ਪ੍ਰਧਾਨ ਹੋ। ਤੁਹਾਡੀ ਪਾਰਟੀ ਵੀ ਮੇਰਾ ਖਿਆਲ ਹੈ ਤੁਸੀਂ ਵੀ ਇੱਕ ਪ੍ਰੋਗਰਾਮ 'ਚ ਮੰਗ ਕੀਤੀ ਸੀ ਕਿ 1 ਜੂਨ ਤੋਂ ਲੱਗਣਾ ਚਾਹੀਦਾ। ਤੁਸੀਂ ਕੀ ਇਸ ਨੂੰ ਸਮਝਦੇ ਹੋ? ਤੇ ਇਹਦੇ ਨਾਲ ਹੀ ਜਿਹੜਾ ਮਜ਼ਦੂਰਾਂ ਦਾ ਸੰਕਟ ਹੈ ਉਹਦੇ ਵੀ ਗੱਲ ਮੈਂ ਤੁਹਾਡੇ ਤੋਂ ਪੁੱਛਣੀ ਚਾਹੁੰਦਾ। ਦੇਖੋ ਜੀ, ਮੈਂ ਸਭ ਤੋਂ ਪਹਿਲਾਂ ਤਾਂ ਇੱਕੋ ਹੀ ਗੱਲ ਕਰਨੀ ਚਾਹੁੰਦਾ ਕਿ ਐਡਾ ਵੱਡਾ ਸੰਕਟ ਸੀ, ਉਹਦੇ ਲਈ ਇੱਕ ਕੰਪਰੀਹੈਂਸਿਵ ਪਲਾਨਿੰਗ ਦੀ ਲੋੜ ਸੀ ਜਿਹੜੀ ਕਿ ਨਹੀਂ ਕੀਤੀ ਗਈ। ਕੋਈ ਛੋਟਾ ਜਿਹਾ ਕੰਮ ਕਰਨਾ ਹੋਵੇ ਨਾ ਜੀ, ਕਿਸੇ ਨੇ ਘਰੇ ਕੋਈ ਅਖੰਡ ਪਾਠ ਕਰਾਉਣਾ ਹੋਵੇ ਤੇ ਉਹਦੇ ਵਾਸਤੇ ਵੀ ਬਹਿ ਕੇ 4 ਬੰਦੇ ਪਲਾਨਿੰਗ ਕਰਦੇ। ਲੇਕਿਨ ਜਿਸ ਤਰ੍ਹਾਂ ਸਰਕਾਰ ਡਿਸੀਜਨ ਲੈ ਰਹੀ ਹੈ ਉਸ ਤਰ੍ਹਾਂ ਇਹ ਲੱਗਦਾ ਵੀ ਇਹਨਾਂ ਨੇ ਪਹਿਲਾਂ ਕੋਈ ਪਲਾਨਿੰਗ ਨਹੀਂ ਕੀਤਾ। ਦੇਖੋ ਹਾਲ ਹੀ ਦੇ ਵਿੱਚ ਠੀਕ ਆ, ਪੰਜਾਬ ਦੇ ਮਜ਼ਦੂਰਾਂ ਨੇ ਰਲ ਕੇ ਕੰਮ ਕਰ ਲਿਆ, ਲੇਕਿਨ ਲਿਫਟਿੰਗ ਦੀ ਇਹਨਾਂ ਦੀ ਫੇਲ ਹੋ ਗਿਆ ਪਾਲਿਸੀ ਜਿਹੜੀ ਇਹਨਾਂ ਦੀ ਕਰਪਸ਼ਨ ਵਾਲੀ ਕਰ ਦਿੱਤੇ ਸੀ। ਅੱਛਾ, ਬਾਰਦਾਨੇ ਦਾ ਵੀ ਇਹਨਾਂ ਨੂੰ
ਜੀ ਸ਼ਾਇਦ ਤੁਹਾਡੀ ਮੈਂ ਸਦਮਾ ਸਾਹਿਬ ਤੁਹਾਡੇ ਕੋਲ ਦੁਬਾਰਾ ਆਉਣਾ, ਤੁਹਾਡੀ ਆਵਾਜ਼ ਦੀ ਕੋਈ ਪ੍ਰੋਬਲਮ ਹੈ। ਇਹਨਾਂ ਇਨ ਦਾ ਮੀਨ ਟਾਈਮ ਮੈਂ ਨੂੰ ਜਿਹੜੀ ਗੱਲ ਪਤਾ ਹੋਣਾ ਹਾਂਜੀ ਚਾਹੀਦਾ ਸੀ ਵੀ ਜਿਹੜਾ ਪਾਣੀ ਦੀ ਗੱਲ ਇਹ ਕਰਦੇ ਆ, ਪਾਣੀ ਦੀ ਇਹਦਾ ਤਾਂ ਵਜੂਦ ਹੈ, ਕਿਸਾਨ ਵਜੂਦ ਆ, ਸਾਡੇ ਕੋਲ ਹੈ ਨਹੀਂ। ਸਦਮਾ ਸਾਹਿਬ ਤੁਹਾਡੀ ਜਿਹੜੇ ਆਵਾਜ਼ ਠੀਕ ਨਹੀਂ ਆ ਰਹੀ। ਹੁਣ ਸਾਨੂੰ ਮਸ਼ੀਨਾਂ ਦਿਓ ਜਿਹੜੀਆਂ ਬੈੱਡ ਪਲਾਂਟਰ ਹੋਣ, ਜਿਵੇਂ ਡਾਕਟਰ ਦਲੇਰ ਸਿੰਘ ਦੀ ਟੈਕਨੀਕ ਹੈ ਉਹਦੇ ਅਨੁਸਾਰ ਮਸ਼ੀਨਾਂ ਸਦਮਾ ਸਾਹਿਬ ਮਾਫ ਕਰਨਾ ਤੁਹਾਡੀ ਆਵਾਜ਼ ਠੀਕ ਨਹੀਂ। ਮੈਂ ਤੁਹਾਡੇ ਕੋਲ ਦੁਬਾਰਾ ਆਉਣਾ। ਸਦਮਾ ਸਾਹਿਬ ਤੁਹਾਡੀ ਆਵਾਜ਼ ਠੀਕ ਨਹੀਂ, ਤੁਸੀਂ ਆਪਣਾ ਏਅਰਫੋਨ ਦੁਬਾਰਾ ਚੈੱਕ ਕਰੋ। ਮੈਂ ਦੁਬਾਰਾ ਆਉਣਾ। ਇਨ ਦਾ ਮੀਨ ਟਾਈਮ ਮੈਂ ਜਾਣਦਾ ਸਤਪਾਲ ਸਿੱਧੂ ਸਾਹਿਬ ਤੁਸੀਂ ਕਿਸ ਤਰ੍ਹਾਂ ਇਹ ਸਾਰੀ ਸਿਚੁਏਸ਼ਨ, ਤੁਸੀਂ ਵੀ ਖੇਤੀਬਾੜੀ ਨਾਲ ਸੰਬੰਧਿਤ ਹੋ, ਲੱਗ ਰਿਹਾ ਜਿਹੜਾ ਜਗਮੋਹਨ ਹੋਰੀ ਕਹਿ ਰਹੇ ਨੇ ਇਹਨਾਂ ਦਾ ਇੱਕ ਪੁਆਇੰਟ ਤਾਂ ਬਿਲਕੁਲ ਸਹੀ ਆ ਵੀ ਜੇ 1 ਜੂਨ ਨੂੰ ਕਰ ਲੈਂਦੇ ਤਾਂ ਕੀ ਨੁਕਸਾਨ ਹੋਣਾ ਸੀ, ਤੇ ਉਹ ਕਿਉਂ ਨਹੀਂ ਮਤਲਬ ਕੀਤਾ? ਕਿਵੇਂ ਕਹੋਗੇ ਸਰਕਾਰ ਨੂੰ ਇਸ ਮਸਲੇ ਤੇ ਕੀ ਕਹਿਣਾ ਚਾਹੁੰਦੇ ਹੋ? ਵਾਲੇ ਸਭ ਤੋਂ ਪਹਿਲੀ ਗੱਲ ਮੈਂ ਕਹਿਣੀ ਚਾਹੂੰਗਾ ਕਿ ਵਾਕਈ ਇਹ ਗੱਲ ਠੀਕ ਹੈ ਕਿ ਪਲੈਨਿੰਗ ਜਿਹੜੀ ਹੈ ਉਹ ਠੀਕ ਤਰ੍ਹਾਂ ਨਹੀਂ ਹੋਈ। ਇਹਦੀ ਪਲੈਨਿੰਗ ਹੋਣੀ ਚਾਹੀਦੀ ਸੀ। ਬੇਸ਼ੱਕ ਸਰਕਾਰ 1 ਜੂਨ ਤੋਂ ਇਸ ਨੂੰ, ਮੈਂ ਤਾਂ ਇਹ ਸਮਝਦਾ ਕਿ ਲੇਬਰ ਦੀ ਜਿਹੜੀ ਸਮੱਸਿਆ ਹੈ ਸ਼ਾਇਦ ਓਡੀ ਵੱਡੀ, ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਬਹੁਤ ਵੱਡੀ ਸਮੱਸਿਆ ਆਊਗੀ। ਉਹਦਾ ਕਾਰਨ ਕੀ ਹੈ ਕਿ ਜਿਹੜੀ ਲੇਬਰ ਸਾਡੀ ਪਿੰਡਾਂ ਦੇ ਵਿੱਚੋਂ ਕੰਸਟਰਕਸ਼ਨ ਦੇ ਵਿੱਚੋਂ ਲੱਗੀ ਹੋਈ ਸੀ, ਜਿਹੜੀ ਲੇਬਰ ਸਾਡੀ ਹੋਰ ਕੰਮਾਂ 'ਚ ਲੱਗੀ ਹੋਈ ਸੀ ਸ਼ਹਿਰਾਂ 'ਚ, ਉਹ ਲੇਬਰ ਵਿਹਲੀ ਹੈ ਅੱਜ ਕੱਲ੍ਹ। ਤੇ ਉਹ ਲੇਬਰ, ਦੂਸਰੀ ਗੱਲ ਕੀ ਹੈ ਵੀ ਸਾਡੀ ਜਿਹੜੀ ਬਹੁਤੀ ਲੇਬਰ ਸੀ ਉਹ ਬਿਹਾਰ 'ਚੋਂ ਹੀ ਆਉਂਦੀ ਸੀ ਔਰ ਉੱਥੇ ਹੀ ਵਾਪਸ ਚਲੀ ਜਾਂਦੀ ਸੀ। ਸਾਡੇ ਕੋਲ ਲੋਕਲ ਲੇਬਰ ਸੀਗੀ, ਬਹੁਤ ਥੋੜੀ ਲੇਬਰ ਸੀ ਜਿਹੜੀ ਲੋਕਲ ਲੇਬਰ ਜਿਹੜੀਆਂ ਇੰਡਸਟਰੀ ਦੇ ਵਿੱਚੋਂ ਜਾ ਕੇ ਜਾਂ ਹੋਰ ਕਿਤੇ ਚੱਲ ਕੇ ਉਸ ਲੇਬਰ 'ਚ ਕੰਮ ਕਰਦੇ ਸੀ। ਇਹ ਤਾਂ ਇੱਕ ਸਮੱਸਿਆ ਹੋ ਗਈ ਲੇਬਰ ਦੀ। ਲੇਕਿਨ ਇਹਦੇ 'ਚ ਮੈਂ ਜੋ ਸਲਿਊਸ਼ਨ ਦੇਣੀ ਚਾਹੁੰਦਾ ਉਹ ਸਲਿਊਸ਼ਨ ਇਹ ਹੈ ਕਿ ਬੇਸ਼ੱਕ ਇਹਨਾਂ ਨੂੰ ਜੇ ਅੱਗੇ ਲਿਆਉਣਾ ਚਾਹੁੰਦੇ ਸੀ ਤਾਂ ਇਹਨੂੰ ਚਾਹੀਦਾ ਸੀ ਪੰਜਾਬ ਨੂੰ ਵੱਖ-ਵੱਖ ਜ਼ੋਨਾਂ 'ਚ ਵੰਡ ਦਿੰਦੇ। ਕੁਛ ਜ਼ੋਨ ਜਿਹੜੇ ਨੇ ਉਹ ਝੋਨਾ ਲਾਉਣ 'ਚ ਐਡਵਾਂਸ ਝੋਨਾ ਲੱਗਦਾ, ਕੁਛ ਜ਼ੋਨ ਇਹੋ ਜਿਹੇ ਨੇ ਜਿੱਥੇ ਥੋੜਾ ਜਿਹਾ ਲੇਟ ਲੱਗਦਾ। ਸੋ ਇਹਨਾਂ ਨੂੰ ਅੱਡ ਵੱਖਰੇ ਜ਼ੋਨਾਂ 'ਚ ਵੰਡ ਦਿੰਦੇ, ਜਿੱਥੇ ਟੈਂਪਰੇਚਰ ਜਿਹੜਾ ਹੈ ਜਿਹੜਾ ਟੈਂਪਰੇਚਰ ਹੈ ਬਹੁਤ ਜਲਦੀ ਵੱਧਦਾ ਹੈ ਤੇ ਲੰਬੇ ਸਮੇਂ ਤੱਕ ਰਹਿੰਦਾ, ਉਹਨਾਂ ਨੂੰ ਥੋੜਾ ਜਿਹਾ ਭਾਵੇਂ ਲੇਟ ਕਰ ਲੈਂਦੇ। ਪਰ ਲੇਕਿਨ ਕੁਛ ਏਰੀਏ ਇਹੋ ਜਿਹੇ ਨੇ ਜਿੱਥੇ, ਜਿਵੇਂ ਮੈਂ ਲੋਕਲ ਕਹੂੰਗਾ, ਪਟਿਆਲਾ ਹੈ, ਰੋਪੜ ਹੈ, ਆਪਣੇ ਨਵਾਂ ਸ਼ਹਿਰ ਦਾ ਏਰੀਆ ਹੈ, ਈਵਨ ਥੋੜਾ ਜਿਹਾ ਜਿਹੜੀ ਮਾਛੀਵਾੜੇ ਦੇ ਨਾਲ ਲੱਗਦੀ ਬੈਲਟ ਹੈਗੀ ਹੈ, ਬਿਆਸ ਦਰਿਆ ਦੇ ਨਾਲ ਉਤਲੀ ਬੈਲਟ ਹੈਗੀ, ਜਲੰਧਰ ਦੇ ਨਾਲ, ਨਵਾਂ ਸ਼ਹਿਰ ਦੇ ਨਾਲ, ਇਹ ਬੈਲਟਾਂ ਜਿਹੜੀਆਂ ਨੇ, ਈਵਨ ਅੰਮ੍ਰਿਤਸਰ ਦੀ ਵੀ ਜਿਹੜੀ ਰਾਵੀ ਦੇ ਨਾਲ ਬੈਲਟ ਹੈ, ਇਹਨਾਂ ਨੂੰ ਇਸ ਤਰ੍ਹਾਂ ਦਾ ਇੱਕ ਜ਼ੋਨ ਬਣਾ ਦੇਣਾ ਚਾਹੀਦਾ ਸੀ ਜਿੱਦਾਂ ਫਿਰੋਜ਼ਪੁਰ ਦੇ, ਵੀ ਉੱਥੇ ਇਹਨੂੰ ਐਡਵਾਂਸ ਕਰ ਦੇਣਾ ਚਾਹੀਦਾ ਸੀ ਝੋਨੇ ਨੂੰ। ਉਹਦੇ ਨਾਲ ਕੀ ਹੁੰਦਾ ਕਿ ਉਸ ਏਰੀਏ 'ਚ ਝੋਨਾ ਲੱਗਣ ਤੋਂ ਬਾਅਦ ਲੇਬਰ ਜਿਹੜੀ ਆ ਕਾਫੀ ਫ੍ਰੀ ਹੋ ਜਾਂਦੀ ਤੇ ਉਹ ਲੇਬਰ ਨੂੰ ਦੂਜੇ ਪਾਸੇ ਸ਼ਿਫਟ ਕੀਤਾ ਜਾਂਦਾ ਤੇ ਉਸ ਲੇਬਰ ਨਾਲ ਹੌਲੀ ਹੌਲੀ ਇਹਨੂੰ ਇਦਾਂ ਕਰਤਾ ਜਾਂਦਾ। ਇਹ ਗੱਲ ਬਿਲਕੁਲ ਠੀਕ ਹੈ। ਮੈਂ ਜਿਹੜੇ ਕਿਸਾਨ ਯੂਨੀਅਨ ਦੇ ਲੀਡਰ ਨੇ ਮੈਂ ਉਹਨਾਂ ਨਾਲ ਸਹਿਮਤ ਹਾਂ ਇਸ ਗੱਲ ਤੇ ਕਿ ਜੇਕਰ ਇਹਨੂੰ ਬੇਸ਼ੱਕ ਇੱਕ ਤਾਂ ਐਡਵਾਂਸ ਕਰਦੇ, ਥੋੜਾ ਜਿਹਾ ਇਹਨੂੰ 1 ਜੂਨ ਤੋਂ ਕਰਦੇ, ਲੇਕਿਨ ਜੇ 1 ਜੂਨ ਤੋਂ ਸਾਰੇ ਪੰਜਾਬ 'ਚ ਨਹੀਂ ਕਰਨਾ ਸੀ ਤਾਂ ਜਿਸ ਤਰ੍ਹਾਂ ਮੈਂ ਦੱਸਿਆ ਕਿ ਉਹ ਅੱਡੋ ਅੱਡੀ ਸ਼ੇਰ ਵੰਡ ਲੈਣਾ ਚਾਹੀਦਾ ਸੀ, ਇਹਨੂੰ ਵੱਖ-ਵੱਖ ਹਿੱਸਿਆਂ 'ਚ ਵੰਡ ਕੇ ਇਹਨੂੰ ਪੰਜਾਬ ਦੇ ਵਿੱਚ ਇਦਾਂ ਦਾ ਕੋਈ ਪ੍ਰਬੰਧ ਕਰਨਾ ਚਾਹੀਦਾ ਸੀ। ਦੂਸਰੀ ਗੱਲ ਕਹੀ ਸੀ ਸਨਵਾ ਸਾਹਿਬ ਨੇ ਪਲਾਂਟਰ ਵਾਲੀ। ਪਲਾਂਟਰ ਦੇ ਵਿੱਚ ਇੱਕ ਪ੍ਰੋਬਲਮ ਹੈਗੀ ਹੈ ਕਿ ਸਾਡਾ ਕਿਸਾਨ ਹਾਲ ਤੱਕ ਸਾਨੂੰ ਟ੍ਰੇਨਡ ਕਰਨਾ ਚਾਹੀਦਾ ਸੀ, ਜਿਹੜਾ ਹੁਣ ਵੀ ਟ੍ਰੇਨਡ ਅਸੀਂ ਨਹੀਂ ਕਰ ਸਕੇ, ਕਿ ਉਹ ਪਲਾਂਟਰ ਵਾਸਤੇ ਜਿਹੜੀ ਪਨੀਰੀ ਲਾਈ ਜਾਂਦੀ ਹੈ ਉਹ ਟਰੇਆਂ 'ਚ ਲਾਉਣੀ ਪੈਂਦੀ ਹੈ। ਉਹ ਸਾਡਾ ਬਹੁਤ ਸਾਰਾ ਕਿਸਾਨ ਟ੍ਰੇਨਡ ਨਹੀਂ ਹੈਗਾ ਹਲੇ। ਹਾਂ ਠੀਕ ਹੈ, ਜਿਹੜੀਆਂ ਸਾਡੀਆਂ ਕੰਪਨੀਆਂ ਨੇ, ਜਿਹੜੀਆਂ ਸਾਡੀਆਂ ਸੀਡ ਕੰਪਨੀਆਂ ਸਪਲਾਈ ਕਰਦੀਆਂ, ਉਹਨਾਂ ਕੋਲ ਜਿਹਨਾਂ ਕੋਲ ਪਲਾਂਟਰ ਨੇ, ਇਹ ਕੰਮ ਜੇਕਰ ਉਹਨਾਂ ਨੂੰ ਕੁਛ ਹਿੱਸੇ ਤੱਕ ਦੇ ਦਿੱਤਾ ਜਾਵੇ ਕਿ ਤੁਸੀਂ ਆਪਦੇ ਪਨੀਰੀ ਵੀ ਲਾਓ, ਪਨੀਰੀ ਲਾਉਣ ਤੋਂ ਬਾਅਦ ਉਹਦੀ ਪਲਾਂਟੇਸ਼ਨ ਵੀ ਤੁਸੀਂ ਆਪਦੇ ਆਪ ਕਰਕੇ ਆਓ, ਉਹਦੇ 'ਚ ਫਿਰ ਕੁਛ ਨਾ ਕੁਛ ਇਹਦਾ ਫਾਇਦਾ ਹੋ ਸਕਦਾ ਹੈ ਤੇ ਕੁਛ ਨਾ ਕੁਛ ਕਿਸਾਨੀ ਤੋਂ ਇਸ ਗੱਲ ਦਾ ਵਜ਼ਨ ਘਟਾਇਆ ਜਾ ਸਕਦਾ ਹੈ ਕਿ ਉਹਨਾਂ ਨੂੰ ਲੇਬਰ ਨਹੀਂ ਮਿਲੂਗੀ। ਤੀਸਰੀ ਗੱਲ ਮੈਂ ਤੁਹਾਡੇ ਲਾਸਟ ਗੱਲ ਕਹਿ ਕਹੂੰਗਾ, ਜਿਹੜਾ ਕਿਸਾਨੀ ਪੈਨਿਕ ਹੈ ਉਹ ਵੀ ਜ਼ਿੰਮੇਵਾਰ ਹੈ। ਉਹ ਪੈਨਿਕ ਇੰਨਾ ਹੈ ਕਿ ਹਰ ਇੱਕ ਦੇ ਅੰਦਰ ਇੱਕ ਫਾਲਸ ਕੰਪੀਟੀਸ਼ਨ ਹੈ ਕਿ ਮੈਂ ਫਲਾਣੇ ਤੋਂ ਪਹਿਲਾਂ ਝੋਨਾ ਲਾਉਣਾ ਹੈ, ਮੈਂ ਫਲਾਣੇ ਤੋਂ ਪਹਿਲਾਂ ਉਹ ਕਰਨਾ ਹੈ। ਇਹ ਪੈਨਿਕ ਵੀ ਜਿਹੜਾ ਸਾਨੂੰ ਦੂਰ ਕਰਨਾ ਚਾਹੀਦਾ ਹੈ। ਸਾਡੇ ਜਿਹੜੇ ਕਿਸਾਨ ਲੀਡਰ ਜੀ ਸਿੱਧੂ ਸਾਹਿਬ, ਇਹ ਗੱਲ ਸਿੱਧੂ ਸਾਹਿਬ ਤੁਹਾਡੇ ਦੋਨੇ ਪੁਆਇੰਟ ਜਿਹੜੇ ਨੇ ਮੈਂ ਜਗਮੋਹਨ ਹੋਰਾਂ ਤੋਂ ਪੁੱਛੂਗਾ, ਪਰ ਉਸ ਤੋਂ ਪਹਿਲਾਂ ਜਿਹੜਾ ਤੁਸੀਂ ਇੱਕ ਗੱਲ ਕਹੀ ਹੈ, ਕੋਈ ਵੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਪੰਜਾਬ ਦੇ ਵਿੱਚ ਲੇਬਰ ਦੀ ਕਮੀ ਨਹੀਂ, ਲੇਬਰ ਦਾ ਸੰਕਟ ਨਹੀਂ।
ਜਿਹੜਾ ਤੁਸੀਂ ਕਹਿ ਰਹੇ ਹੋ ਇੰਡਸਟਰੀਅਲ ਲੇਬਰ, ਇਹ ਇੱਕ ਸਕਿਲਡ ਲੇਬਰ ਦਾ ਕੰਮ ਹੈ। ਝੋਨਾ ਆਮ ਲੇਬਰ ਨਹੀਂ ਲਾ ਸਕਦੀ। ਇਹ ਵੀ ਤੇ ਸਾਡੀ ਜਿਹੜੀ ਲੋਕਲ ਲੇਬਰ ਆ ਉਹਦੀਆਂ ਵੀ ਪ੍ਰੋਬਲਮ ਨੇ। ਦਰਸ਼ਕ ਜੀ, ਕੀ ਕਹੋਗੇ, ਲੇਬਰ ਦੀ ਸਮੱਸਿਆ ਹੈ ਜਾਂ ਨਹੀਂ ਹੈ? ਕਿਉਂਕਿ ਸਿੱਧੂ ਸਾਹਿਬ ਕਹਿੰਦੇ ਨਹੀਂ ਹੈ। ਉਨੀ ਨਹੀਂ, ਮੈਂ ਕਿਹਾ ਉਨੀ ਨਹੀਂ ਹੈ ਜਿੰਨੀ ਹੋ ਰਹੀ ਹੈ, ਉਨੀ ਨਹੀਂ ਹੈ ਜੀ। ਦਰਸ਼ਕ ਜੀ, ਹਾਂਜੀ ਇਸ ਸਮੇਂ ਜਿਹੜਾ ਇੱਕ ਅਨੁਮਾਨ ਇਹ ਹੈਗਾ ਕਿ 10 ਲੱਖ ਜਿਹੜੀ ਹੈਗੀ ਹੈ ਉਹ ਲੇਬਰ ਹੈਗੀ ਹੈ ਜਿਹੜੀ ਪ੍ਰਵਾਸੀਆਂ ਦੀ ਹੈ। ਉਹਨਾਂ ਵਿੱਚ ਜ਼ਿਆਦਾਤਰ ਜਿਹੜੀ ਲੇਬਰ ਹੈ ਵਿਦੇਸ਼ਾਂ ਉਹਨਾਂ ਆਪਣੇ ਸੂਬਿਆਂ ਦੇ ਵਿੱਚ ਜਾ ਰਹੀ ਹੈ। ਇਹਦੇ ਕਰਕੇ ਜਿਹੜਾ ਹੈਗਾ ਜਿਹੜੇ ਕਿਸਾਨ ਜਿਹੜੇ ਲੇਬਰ ਬਚੀ ਵੀ ਹੈਗੀ ਹੈ ਉਹ ਵੀ ਇਸ ਤਾਂਘ ਦੇ ਵਿੱਚ ਹੈ ਕਿ ਅਸੀਂ ਕਿਵੇਂ ਨਾ ਕਿਵੇਂ ਆਪਣੇ ਸੂਬਿਆਂ ਦੇ ਵਿੱਚ ਚਲੇ ਜਾਈਏ। ਇਸ ਗੱਲ ਕਰਕੇ ਜਿਹੜਾ ਹੈਗਾ ਪੰਜਾਬ ਨੂੰ ਇਹ ਲੇਬਰ ਦਾ ਸੰਕਟ ਤਾਂ ਹੈ ਹੀ ਹੈ। ਤੇ ਇਸ ਤੋਂ ਇਲਾਵਾ ਜਿਹੜੇ ਪਿੰਡਾਂ ਦੇ ਵਿੱਚ ਵੀ ਜਿਹੜਾ ਹੈਗਾ ਉਹ ਲੇਬਰ ਅਤੇ ਕਿਸਾਨਾਂ ਦੇ ਵਿੱਚ ਇੱਕ ਨਵਾਂ ਗਤੀਰੋਧ ਪੈਦਾ ਹੋ ਗਿਆ। ਉੱਥੇ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਕਈ ਪੰਚਾਇਤਾਂ ਨੇ ਇਹ ਨਿਸ਼ਚਿਤ ਕਰਤਾ ਵੀ ਅਸੀਂ ਜਿਹੜਾ ਹੈਗਾ ਪ੍ਰਤੀ ਕਿੱਲਾ ਜਿਹੜਾ ਹੈਗਾ 2700 2900 ਜਾਂ 3000 ਤੋਂ ਵੱਧ ਅਸੀਂ ਦੇਣਾ ਨਹੀਂ ਹੈਗਾ। ਇਸ ਤੋਂ ਇਲਾਵਾ ਜਿਹੜਾ ਹੈਗਾ ਉਹਨਾਂ ਨੇ ਇਹ ਵੀ ਕਹਿਤਾ ਕਿ ਜਿਹੜੇ ਲੇਬਰ ਹੈ, ਜਿਹੜੇ ਮਜ਼ਦੂਰ ਨੇ, ਆਪਣੇ ਪਿੰਡ ਤੋਂ ਬਾਹਰ ਜਾ ਕੇ ਖੇਤੀ ਮਤਲਬ ਇਹ ਝੋਨੇ ਦੀ ਲਵਾਈ ਕਰਨਗੇ, ਉਹਨਾਂ ਨੂੰ 11,000 ਰੁਪਏ ਦਾ ਜਿਹੜਾ ਹੈਗਾ ਜੁਰਮਾਨਾ ਕੀਤਾ ਜਾਊਗਾ। ਇਸ ਗੱਲ ਕਰਕੇ ਜਿਹੜਾ ਹੈਗਾ ਇਹ ਇੱਕ ਨਵੇਂ ਟਕਰਾਓ ਵੀ ਪੈਦਾ ਹੋ ਗਏ ਨੇ। ਤੇ ਜਿਹੜੇ ਹੈਗੇ ਟਾਈਮ ਇੱਕ ਪਾਸੇ ਤਾਂ ਜਿਹੜੇ ਸਰਕਾਰ ਨੇ ਜਿਹੜੀ ਕਿ ਝੋਨੇ ਦੀ ਲਵਾਈ ਐਡਵਾਂਸ ਕਰਨੀ ਚਾਹੀਦੀ ਸੀਗੀ, ਜਦੋਂ ਅਸੀਂ ਕਰੋਨਾ ਵਾਇਰਸ ਦੇ ਸਮੇਂ ਹੋਰ ਰਿਸਕ ਲੈ ਰਹੇ ਹਾਂ ਤੇ ਇਹ ਰਿਸਕ ਵੀ ਲਿਆ ਜਾ ਸਕਦਾ ਸੀ ਕਿ 1 ਤਰੀਕ ਨੂੰ ਹੀ ਜਿਹੜਾ ਹੈਗਾ 1 ਜੂਨ ਤੋਂ ਇਹ ਲਵਾਈ ਸ਼ੁਰੂ ਕਰ ਦਿੱਤੀ ਜਾਂਦੀ। ਜੇ 10 ਦਿਨ ਐਡਵਾਂਸ ਅਸੀਂ ਕਰ ਦਿੰਦੇ ਤਾਂ ਇਹਦੇ ਵਿੱਚ ਘੱਟ ਲੇਬਰ ਦੇ ਨਾਲ ਵੀ ਸਰ ਸਕਦਾ ਹੈ ਤੇ ਹੌਲੀ ਹੌਲੀ ਇਹ ਕੰਮ ਸਮੂਥਲੀ 10 ਦਿਨਾਂ ਦੇ ਵਿੱਚ ਕਾਫੀ ਅੱਗੇ ਵੱਧ ਜਾਣਾ ਸੀਗਾ। ਤੇ ਇਸ ਗੱਲ ਕਰਕੇ ਮੈਂ ਬਾਕੀਆਂ ਨਾਲ ਵੀ ਸਹਿਮਤ ਹਾਂ ਕਿ ਜਿਹੜੀ ਸਰਕਾਰ ਨੇ ਇੱਥੇ ਰਿਸਕ ਲੈ ਲੈਣਾ ਚਾਹੀਦਾ ਸੀ ਕਿ ਇਹਦੇ 'ਚ ਕੋਈ ਫਰਕ ਨਹੀਂ ਪੈਂਦਾ ਸੀਗਾ। ਤੇ ਇਹਦੇ ਨਾਲ ਜਿਹੜਾ ਸੂਬੇ ਦੇ ਵਿੱਚ ਜਿਹੜੀ ਇਹ ਝੋਨੇ ਦੀ ਲਵਾਈ ਦਾ ਨਵੀਂ ਚੁਣੌਤੀ ਪੈਦਾ ਹੋਣ ਵਾਲੀ ਹੈ ਉਸ ਨੂੰ ਅਸੀਂ ਕਿਵੇਂ ਨਾ ਕਿਵੇਂ ਹੱਲ ਕਰ ਸਕਦੇ ਸੀਗੇ। ਜੀ ਦਰਸ਼ਨ ਜੀ ਮੈਂ ਨਾ ਇਸ ਤੋਂ ਪਹਿਲਾਂ ਕਿਉਂਕਿ ਸਦਮਾ ਸਾਹਿਬ ਦੁਆਰਾ ਸਾਡੇ ਨਾਲ ਜੁੜ ਗਏ ਨੇ, ਪਹਿਲਾਂ ਇਹਨਾਂ ਦੀ ਜਿਹੜੀ ਆ ਆਵਾਜ਼ ਦੀ ਪ੍ਰੋਬਲਮ ਸੀ, ਲੇਕਿਨ ਜਿਹੜਾ ਸਦਮਾ ਸਾਹਿਬ ਸਤਪਾਲ ਸਿੱਧੂ ਹੋਰਾਂ ਨੇ ਤੁਹਾਡੇ ਤੇ ਸਵਾਲ ਜਿਹੜਾ ਤੁਹਾਡੇ ਨੁਕਤੇ ਤੇ ਖੜਾ ਕੀਤਾ ਉਹਦਾ ਵੀ ਜਵਾਬ ਲੈਣਾ, ਔਰ ਜਗਮੋਹਨ ਹੋਰਾਂ ਤੋਂ ਵੀ ਜਵਾਬ ਲੈਣਾ। ਉਹ ਵੀ ਸਤਪਾਲ ਸਿੱਧੂ ਹੋਰਾਂ ਨੇ 1-2 ਨੁਕਤੇ ਨੇ। ਇੱਕ ਜਿਹੜਾ ਦਰਸ਼ਕ ਨੇ ਇੱਕ ਨਵੀਂ ਗੱਲ ਕੀਤੀ ਹੈ। ਸਦਮਾ ਸਾਹਿਬ, ਤੁਸੀਂ ਪਿੰਡਾਂ 'ਚ ਰਹਿੰਦੇ ਹੋ, ਤੁਸੀਂ ਜਿਹੜਾ ਪੋਲੀਟੀਕਲ ਸਿਆਸੀ ਤੌਰ ਤੇ ਵਿਚਰਦੇ ਹੋ। ਇਹ ਜਿਹੜਾ ਨਵਾਂ ਜਿਹੜਾ ਇਹਨਾਂ ਨੇ ਕਿਹਾ ਕਿ ਇੱਕ ਟਕਰਾਅ ਸ਼ੁਰੂ ਹੋਇਆ, ਇਹ ਤੇ ਵੀ ਮੈਂ ਗੱਲ ਕਰਨੀ ਹੈ। ਸਦਮਾ ਸਾਹਿਬ, ਇਹ ਜੇ ਤੁਸੀਂ ਸੁਣਿਆ ਸਤਪਾਲ ਸਿੱਧੂ ਹੋਰਾਂ ਨੂੰ, ਜਿਹੜਾ ਪੁਆਇੰਟ ਉਹਨਾਂ ਨੇ ਉਠਾਇਆ, ਕੀ ਕਹੋਗੇ ਉਹਦੇ ਬਾਰੇ? ਦੇਖੋ ਜੀ, ਸਿੱਧੂ ਸਾਹਿਬ ਦਾ ਵੀ ਵੈਲਿਡ ਆ ਔਰ ਜਿਹੜਾ ਹੁਣੇ ਸਾਡੇ ਭਾਈ ਸਾਹਿਬ ਨੇ, ਦਰਸ਼ਕ ਸਾਹਿਬ ਨੇ ਵੀ ਕਿਹਾ ਹੈ, ਉਹ ਵੀ ਬੜੀ ਵੈਲਿਡ ਪੁਆਇੰਟ ਆ ਵੀ ਐਮਰਜੈਂਸੀ ਦੇ ਵਿੱਚ 1 ਤਰੀਕ ਜੇ ਲਾ ਲੈਂਦੇ ਤੇ 1 ਸੀਜ਼ਨ ਨਾਲ ਕੋਈ ਬੜੇ ਫਰਕ ਨਹੀਂ ਪੈਣਾ। ਕਿਉਂਕਿ ਹੁਣ ਆਪਾਂ ਨੂੰ ਲੇਬਰ ਦਾ ਬੜਾ ਵੱਡਾ ਕ੍ਰਾਈਸਿਸ ਆ ਔਰ 10.5 ਲੱਖ ਲੇਬਰ ਬਾਹਰ ਜਾਣਾ ਚਾਹੁੰਦੀ ਹੈ ਔਰ ਜਾ ਰਹੀ ਹੈ, ਇੱਥੇ ਰੁਕ ਨਹੀਂ ਰਹੇ ਲੋਕ, ਬੜੀ ਜ਼ੋਰ ਲਾ ਰਹੇ ਆ। ਤਾਂ ਸਰਕਾਰ ਨੂੰ ਇਹ ਦੇਖਦਿਆਂ ਹੋਇਆ 1 ਤਰੀਕ ਪਹਿਲਾਂ ਹੀ ਅਨਾਉਂਸ ਕਰ ਦੇਣੀ ਚਾਹੀਦੀ ਸੀ ਔਰ ਨਾਲ ਦੀ ਨਾਲ ਟੈਕਨੋਲੋਜੀ ਤੇ ਵੀ ਕੰਮ ਕਰਨਾ ਚਾਹੀਦਾ। ਹਾਲਾਂਕਿ ਲੱਗੀ ਹੈ, ਸਰਕਾਰ ਦੇ ਅਫਸਰ ਕੁਝ ਲੱਗੇ ਹੋਏ। ਇਹ ਸਿੱਧੂ ਸਾਹਿਬ ਕਹਿੰਦੇ ਨੇ, ਸਦਮਾ ਸਾਹਿਬ, ਸਾਡੇ ਕਿਸਾਨਾਂ ਨੂੰ ਟੈਕਨੋਲੋਜੀ ਦੀ ਓਡੀ ਸਮਝ ਨਹੀਂ ਹੈ, ਟਰਾਂਸਪਲਾਂਟਰ ਨੂੰ ਚਲਾਉਣਾ ਨਹੀਂ ਆਉਂਦਾ, ਇਹਨਾਂ ਦਾ ਇਹ ਕਹਿਣਾ ਹੈ। ਉਹੀ ਨਾ ਜੀ, ਉਹਦਾ ਪ੍ਰਚਾਰ ਤੇ ਪ੍ਰਸਾਰ ਤੇ ਫਿਰ ਸਰਕਾਰ ਨੇ ਕਰਨਾ ਨਾ। ਕਿਸਾਨ ਸਾਡਾ ਇੰਜੀਨੀਅਰ ਹੈ ਬੜਾ ਤਕੜਾ, ਸਿਰਫ ਇਹਨੂੰ ਵਿਸ਼ਵਾਸ ਦੀ ਗੱਲ ਹੈ, ਇਹਨੂੰ ਵਿਸ਼ਵਾਸ ਦੇ ਦੇਣ। ਇਹ ਤਾਂ ਆਪ ਇੰਜੀਨੀਅਰ, ਆਪ ਇਹਨਾਂ ਨੇ ਮਸ਼ੀਨਾਂ ਬਣਾ ਦੇਣੀਆਂ। ਕੋਟਕਪੂਰੇ ਗੁਰਪ੍ਰੀਤ ਸਿੰਘ ਚੰਦਬਾਜਾ ਹੋਰੀ ਅੱਜ ਲੱਗੇ ਹੋਏ ਆ, ਨਾਲ ਉਹਨਾਂ ਦੇ 1-2 ਸਾਡੇ ਹੋਰ ਕਿਸਾਨ ਨੇ, ਉਹ ਅੱਜ ਤੜਕੇ ਦੇ ਲੱਗੇ ਹੋਏ ਆ ਔਰ ਮਹੀਨਾ ਹੋ ਗਿਆ ਉਹਨਾਂ ਨੂੰ ਲੱਗਿਆ ਨੂੰ ਔਰ ਨੇੜੇ ਪਹੁੰਚਾ ਲਿਆ ਕੰਮ ਉਹਨਾਂ ਨੇ। ਉਹ ਤਾਂ ਆਪ ਇੰਜੀਨੀਅਰ ਨੇ, ਪਰ ਉਹਦੇ ਵਾਸਤੇ ਇੱਕ ਗਰੰਟੀ ਹੁੰਦੀ ਹੈ। ਅਗਰ ਸਰਕਾਰ ਕਹਿ ਦੇ, ਯੂਨੀਵਰਸਿਟੀ ਕਹਿ ਦੇ, ਜਿਵੇਂ ਦਲੇਰ ਸਿੰਘ ਦੀ ਤਕਨੀਕ ਆ ਵੀ ਇਹ ਸਫਲ ਤਕਨੀਕ ਹੈ, ਕਹਿਣ ਦੀ ਗੱਲ ਹੀ ਹੈ ਨਾ ਜੀ, ਸਰਟੀਫਾਈ ਕਰਨ ਦੀ ਗੱਲ ਹੈ। ਕਿਸਾਨ ਕੋਲੇ ਰਿਸਕ ਲੈਣ ਦਾ ਮਾਦਾ ਨਹੀਂ ਹੈ, ਰਿਸਕ ਨਹੀਂ ਲੈ ਸਕਦਾ ਉਹ, ਕਿਉਂਕਿ ਪਹਿਲਾਂ ਹੀ ਉਹ ਤਾਂ ਇੱਥੋਂ ਤੱਕ ਹੋਇਆ ਪਿਆ ਜੀ ਕਰਜ਼ੇ ਨਾਲ, ਬੁਰਾ ਹਾਲ ਹੈ, ਕਿਸ਼ਤਾਂ ਨਿਕਲਦੀਆਂ ਨਹੀਂ, ਰਿਸਕ ਨਹੀਂ ਲੈ ਸਕਦਾ। ਸਰਕਾਰ ਥੋੜਾ ਜਿਹਾ ਕਹਿ ਦੇ ਅਸੀਂ ਤੁਹਾਡੀ ਪਿੱਠ ਤੇ ਖੜੇ ਆ, ਤੇ ਬੜਾ ਵੱਡਾ ਆਪਾਂ ਨਾ ਇਸ ਸੰਕਟ ਦੇ ਵਿੱਚੋਂ ਵੀ ਬੜਾ ਕੁਝ ਪੋਜ਼ਿਟਿਵ ਕੱਢ ਸਕਦੇ ਆ ਜੇ ਕਿਤੇ ਆਪਾਂ ਡਾਇਰੈਕਟ ਸੋਇੰਗ ਵਾਲੀ ਜਿਹੜੀ ਟੈਕਨੀਕ ਹੈ। ਇੱਕ ਸਵਾਲ ਜਿਹੜਾ ਪੋਜ਼ਿਟਿਵ ਕੱਢਣ ਦੀ ਗੱਲ ਹੈ, ਸਦਮਾ ਜੀ ਤੁਹਾਨੂੰ ਇੱਕ ਸਵਾਲ,
ਆਹੀ ਗੱਲ ਮੈਂ ਕਰਨੀ ਚਾਹੁੰਦਾ, ਜੋ ਦਰਸ਼ਕ ਹੋਰੀ ਕਹਿੰਦੇ ਨੇ ਦਿਹਾੜੀ ਲੇਬਰ ਤੇ ਡਿਪੈਂਡ ਕਰਦੇ ਆ, ਜੇ ਆਪਣੀ ਲੇਬਰ ਨੂੰ ਅਸੀਂ ਸ਼ਰਤਾਂ ਲਾ ਦਿੰਦੇ ਆ ਕਿ ਤੁਸੀਂ ਬਾਹਰ ਨਹੀਂ ਜਾਣਾ, ਇੰਨੇ ਪੈਸੇ, ਇਹ ਕੀ ਚੱਲ ਪਿਆ ਕੰਮ? ਨਹੀਂ, ਇਹ ਤਾਂ ਭਾਈਚਾਰੇ ਨੂੰ ਤੋੜਨ ਵਾਲਾ, ਖਰਾਬ ਕਰਨ ਵਾਲਾ ਕੰਮ ਹੈ ਜੀ। ਔਰ ਇਹਦੇ 'ਚ ਸਰਕਾਰ ਨੂੰ ਸਖਤੀ ਨਾਲ ਦੋਨਾਂ ਪਾਸਿਆਂ ਨੂੰ ਬਿਠਾ ਕੇ ਇੱਕ ਲੈਜਿਸਲੇਸ਼ਨ ਲਿਆਉਣਾ ਚਾਹੀਦਾ, ਜਾਂ ਮੈਂ ਕਹਿੰਦਾ ਵੀ ਕਮੇਟੀਆਂ ਬਣਾਉਣੀਆਂ ਚਾਹੀਦੀਆਂ, ਔਰ ਉਹ ਇੱਕ ਕਮੇਟੀ, ਇੱਕ ਸਟੇਟ ਲੈਵਲ ਦੀ ਕਮੇਟੀ ਹੋਵੇ, ਦੂਜੇ ਡਿਸਟ੍ਰਿਕਟ ਲੈਵਲ ਦੀਆਂ ਕਮੇਟੀ ਹੋਣ, ਔਰ ਉਹਨਾਂ ਦੇ ਵਿੱਚ ਕਿਸਾਨਾਂ ਦੇ ਨੁਮਾਇੰਦੇ ਹੋਣ, ਇੱਕ ਦੋ ਸਰਕਾਰੀ ਅਧਿਕਾਰੀ ਹੋਵੇ, ਕਿਉਂਕਿ ਆਪਣੇ ਬੰਦੇ ਸਰਕਾਰੀ ਅਧਿਕਾਰੀ ਤੋਂ ਬਿਨਾਂ ਸਮਝਦੇ ਨਹੀਂ ਕਿਸੇ ਦੀ ਗੱਲ ਨੂੰ, ਸੁਣਦੇ ਨਹੀਂ। ਸੋ ਉਹਨਾਂ ਨਾਲ ਸਾਰਿਆਂ ਨੂੰ ਬਿਠਾ ਕੇ ਜਿਹੜੀ ਲੇਬਰ ਦੀ ਮਿਨੀਮਮ ਜਿਹੜੀ ਆ ਉਹ ਫਿਕਸ ਕਰਾਉਣੀ ਚਾਹੀਦੀ ਆ, ਕਿਉਂਕਿ ਹੁਣ ਨਾ ਜੀ ਇਹ ਪਿੰਡਾਂ ਦੇ ਵਿੱਚ ਗਲਤ ਚੱਲ ਪਿਆ ਜਿੰਨਾ ਸੁਣਿਆ, ਔਰ ਇਹ ਬੜਾ ਖਤਰਨਾਕ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਚੱਲਦਾ ਰਿਹਾ। ਸਿਆਸੀ ਲੋਕ ਚੁੱਪ ਬੈਠੇ ਨੇ। ਨਹੀਂ, ਸਿਆਸੀ ਲੋਕ, ਕੁਝ ਸਿਆਸੀ ਲੋਕ ਜਿਨ੍ਹਾਂ ਦੀ ਮਾਇਓਪਿਕ ਵਿਜ਼ਨ ਹੈ, ਮੈਂ ਕਹਿੰਦਾ ਵੀ ਉਹ ਤਾਂ ਸਗੋਂ ਇਹਨੂੰ ਤੂਲ ਦੇ ਰਹੇ ਆ। ਅਸੀਂ ਤਾਂ ਲੱਗੇ ਹੋਏ ਆ ਜੀ ਆਪ ਇਹ ਕਹਿਣ ਵਾਸਤੇ ਵੀ ਭਾਈ ਬੈਠ ਕੇ ਸਾਰਾ ਕੁਝ ਸਹਿੰਦਾ ਕਰ ਲਓ, ਲੇਬਰ ਉਨੀ ਕੁ ਕਰ ਲਓ, ਉਨੀ ਐਵੇਂ ਬਾਹਲੇ ਘੱਟ ਵੀ ਨਾ ਕਰੋ, ਤੇ ਜਿਵੇਂ ਲੋਕ ਮੰਗਦੇ, ਕਈ 10-10 ਹਜ਼ਾਰ ਮੰਗੀ ਜਾਂਦੇ ਕਿੱਲੇ ਦਾ, ਉਹ ਵੀ ਨਹੀਂ ਹੋਣਾ ਚਾਹੀਦਾ। ਸੋ ਉਸ ਚੀਜ਼ ਨੂੰ ਫਿਕਸ ਕਰਨਾ ਚਾਹੀਦਾ। ਔਰ ਇੰਨੀਆਂ ਰਿਸਟ੍ਰਿਕਸ਼ਨਸ, ਜੇ ਤੁਸੀਂ ਇਹ ਕਹੋ ਵੀ ਪਿੰਡ ਦੀ ਲੇਬਰ ਬਾਹਰ ਨਹੀਂ ਜਾਊਗੀ, ਇਹ ਤੇ ਬੜੀ ਮਾੜੀ ਗੱਲ ਆ ਨਾ ਜੀ। ਸੋ ਇਸ ਤਰ੍ਹਾਂ ਦਾ ਨਹੀਂ, ਹੁਣ ਇਹਦੇ ਵਿੱਚ ਸਰਕਾਰ ਨੂੰ ਇੰਟਰਵੈਂਟ ਕਰਨਾ ਚਾਹੀਦਾ। ਜਿੰਨੀ ਸਖਤੀ ਦੇ ਨਾਲ ਇਹਨਾਂ ਨੇ ਲੋਕਾਂ ਨੂੰ ਘਰਾਂ 'ਚ ਵਾੜਿਆ। ਜੀ ਫਿਰ ਤੁਹਾਡੀ ਆਵਾਜ਼ ਖਰਾਬ ਹੋ ਗਈ ਸੰਧਵਾ ਸਾਹਿਬ। ਜੀ ਸਾਹਿਬ, ਮੈਂ ਜਗਮੋਹਨ ਹੋਰਾਂ ਕੋਲ ਆਉਣਾ ਹੈ। ਸੰਧਵਾ ਸਾਹਿਬ, ਮੈਂ ਜਗਮੋਹਨ ਹੋਰਾਂ ਕੋਲ ਆਉਣਾ। ਜਗਮੋਹਨ ਜੀ, ਗੱਲ ਇਹ ਹੈ ਕਿ ਹੁਣ ਤੁਹਾਡੇ ਕੋਲ ਦੋਨੇ ਪੈਨਲਿਸਟਾਂ ਦੇ ਨੁਕਤੇ ਆ ਗਏ। ਸਿੱਧੂ ਸਾਹਿਬ ਨੇ ਜੋ ਗੱਲ ਕੀਤੀ ਦਰਸ਼ਕ ਹੋਰਾਂ, ਬਲਕਿ ਹੁਣ ਜਿਹੜੀ ਗੱਲ ਸੰਧਵਾ ਸਾਹਿਬ ਨੇ ਕੀਤੀ ਹੈ, ਤੁਸੀਂ ਹੈਗੇ ਕਿਸਾਨ ਲੀਡਰ, ਤੁਹਾਡੀ ਗੱਲ 'ਚ ਵਜ਼ਨ ਹੋਣਾ ਚਾਹੀਦਾ। ਤੁਹਾਨੂੰ ਲੋਕ ਫਾਲੋ ਕਰਦੇ ਨੇ, ਘੱਟੋ ਘੱਟ ਕਿਸਾਨ ਫਾਲੋ ਕਰਦੇ ਨੇ। ਸਿਆਸੀ ਲੋਕਾਂ ਦੇ ਸਿਆਸੀ ਮਫਾਦ ਹੋਣਗੇ, ਤੁਸੀਂ ਜਿਹੜੀ ਆਪਣੀ ਗੱਲ ਕਰੋਗੇ, ਕਿਸਾਨਾਂ ਦੇ ਹਿੱਤ ਦੀ ਗੱਲ ਹੋਏਗੀ, ਕੀ ਕਹੋਗੇ ਸਾਰੇ ਲਈ? ਦੇਖੋ ਜੀ, ਪਹਿਲਾਂ ਤਾਂ ਸਿੱਧੂ ਸਾਹਿਬ ਉਹਨਾਂ ਦਾ ਐਜ਼ ਏ ਐਡਮਿਨਿਸਟ੍ਰੇਟਰ, ਐਜ਼ ਏ ਪ੍ਰਬੰਧਕ ਅਫਸਰ ਰਹੇ ਨੇ। ਇਹਨਾਂ ਦਾ ਜਿਹੜਾ ਇਹ ਕੁਐਸਚਨ ਸੀ ਕਿ ਜਿਹੜੀ ਪ੍ਰੀ ਪਲੈਨਿੰਗ ਹੋਣੀ ਸੀ ਕੰਪਰੀਹੈਂਸਿਵ, ਉਹਦੇ ਦਾ ਬਿਲਕੁਲ 100% ਠੀਕ ਹੈ ਵੀ ਪੰਜਾਬ ਗੌਰਮੈਂਟ ਪਤਾ ਨਹੀਂ ਕਿਸ ਚੱਕਰਾਂ 'ਚ ਪਈ ਹੋਈ ਹੈ। ਇਹਨਾਂ ਨੇ ਪ੍ਰੀ ਪਲੈਨਿੰਗ ਕੰਪਰੀਹੈਂਸਿਵ, ਐਗਰੀਕਲਚਰ ਡਿਪਾਰਟਮੈਂਟ, ਕਿਸਾਨ ਜਥੇਬੰਦੀਆਂ, ਜਿਹੜੀਆਂ ਇਹਨਾਂ ਦੀ ਪੋਲੀਟੀਕਲ ਪਾਰਟੀ ਦਾ ਆਪੋਜੀਟ ਨੇ, ਉਹਨਾਂ ਦੀਆਂ ਇਸ ਕਿਸਮ ਦੀਆਂ ਸਾਂਝੀਆਂ ਮੀਟਿੰਗਾਂ ਹੁੰਦੀਆਂ ਹਰ ਲੈਵਲ ਦੇ ਉੱਤੇ। ਤਾਂ ਇੱਕ ਪਲਾਨ ਬਣਦੀ ਵੀ ਆਪਾਂ ਕਣਕ ਔਖਾ ਸੌਖਾ ਸਮਝੀ ਆ, ਪਰ ਕਣਕ ਸਾਂਭਣ ਤੋਂ ਪਹਿਲਾਂ ਵੀ ਕੋਈ ਪਲਾਨ ਨਹੀਂ ਸੀ ਕੀਤੀ, ਹੁਣ ਝੋਨਾ ਦੀ ਦਵਾਈ ਤੋਂ ਪਹਿਲਾਂ ਵੀ ਕੋਈ ਪਲਾਨ ਨਹੀਂ ਕੀਤੀ, ਕੰਪਨੀ ਆਪ ਵੀ ਕੋਈ ਪਲਾਨ ਨਹੀਂ, ਬਲੂ ਪ੍ਰਿੰਟ ਨਹੀਂ ਲਿਆਂਦਾ ਤੇ ਦੂਜਿਆਂ ਦੀ ਸਲਾਹ ਨਹੀਂ। ਇਸ ਕਰਕੇ ਇਹਨਾਂ ਦਾ ਬਹੁਤ ਵੱਡਾ ਵਾਇਲਡ ਹੈਗਾ। ਔਰ ਅਸੀਂ ਇਸ ਜਿਹੜਾ ਇਹਨਾਂ ਸਲਾਹ ਨੂੰ ਜੀਆ ਕਹਿੰਦੇ ਆ, ਅਸੀਂ ਆਪ ਦੀ ਜਿਹੜੀ ਸਮਝਦਾਰੀ ਉਹਦੇ ਵਿੱਚ ਇਸ ਨੂੰ ਐਡ ਵੀ ਕਰਾਂਗੇ ਆਉਣ ਵਾਲੇ ਸਮੇਂ 'ਚ ਬੋਲਣ ਲਈ ਹਰ ਥਾਂ ਤੇ ਇਹਦਾ ਅਸੀਂ ਸਵਾਗਤ ਕਰਦੇ ਹਾਂ। ਦੂਜੀ ਜਿਹੜੀ ਗੱਲ ਇਹਨਾਂ ਨੇ ਕਹੀ ਸੀ ਲੇਬਰ ਦੀ ਕੋਈ ਘਾਟ ਨਹੀਂ ਗਈ, ਉਹ ਇਹਨਾਂ ਨੇ ਵੈਸੇ ਇੱਕ ਮਤਲਬ ਕੰਪੈਰੀਟਿਵਲੀ ਕਹੀ ਸੀ, ਕਿਉਂਕਿ ਇਹਨਾਂ ਨੇ ਆਪ ਹੀ ਕਹਿਤਾ ਵੀ ਪੰਜਾਬ ਨੂੰ 3 ਜ਼ੋਨਾਂ 'ਚ ਵੰਡਦੇ, ਦਰਿਆਈ ਜਾਂ ਮਤਲਬ ਸਿਆਲਕੋਟ ਦੀਆਂ ਪਹਾੜੀਆਂ ਦੇ ਨੇੜੇ ਵਾਲੇ ਜਿਹੜਾ ਇਲਾਕਾ ਹੈ ਉਹਨੂੰ ਇੱਕ ਵੱਖਰੇ ਰੂਪ ਦੇ ਵਿੱਚ ਲੈਂਦੇ, ਅਤੇ ਉੱਥੇ ਪਹਿਲਾਂ ਫਿਰ ਉਸ ਤੋਂ ਬਾਅਦ ਉੱਥੇ। ਇਹਦਾ ਮਤਲਬ ਇਹ ਕਹਿੰਦੇ ਵੀ ਲੇਬਰ ਸ਼ਿਫਟ ਹੋ ਸਕਦੀ ਹੈ, ਲੇਬਰ ਦੀ ਘਾਟ ਹੈ, ਤਾਂ ਹੀ ਲੇਬਰ ਸ਼ਿਫਟ ਦੀ ਗੱਲ ਕਰਦੇ ਨੇ। ਉਹ ਇਹਨਾਂ ਨੇ ਆਪਣੇ ਆਪ ਹੀ ਮੰਨ ਲਿਆ ਵੀ ਲੇਬਰ ਦੀ ਘਾਟ ਤਾਂ ਹੈ। ਇਸ ਲਈ ਦਰਸ਼ਕ ਹੋਣ ਦਾ ਜਿਹੜਾ ਇਹ ਆ ਕਿ ਲੇਬਰ ਦੀ ਘਾਟ ਆ, ਉਹ ਬਿਲਕੁਲ ਸਾਡੇ ਨਾਲ ਸਹਿਮਤ ਗੱਲ ਘਾਟ ਆ। ਪਰ ਦੂਜੇ ਬੰਦੇ ਬਿਲਕੁਲ ਗੱਲ ਆ ਕਿ ਪਾਵਰ ਕਾਰਪੋਰੇਸ਼ਨ ਨੂੰ ਕੋਈ ਘਾਟਾ ਨਹੀਂ ਸੀ ਪੈਣਾ ਜੇ ਇਹ 1 ਜੂਨ ਤੋਂ ਕਰ ਦਿੰਦੇ, ਤਾਂ ਸਿਰਫ 10 ਦਿਨ ਦੀ ਗਲਤੀ ਨਾਲ ਨਹੀਂ ਕੀਤਾ। ਪਰ ਅੱਜ ਤੱਕ ਮੈਂ ਜਾਣ ਕੇ ਮਤਲਬ ਮੈਨੂੰ ਤੁਹਾਡੇ ਮਾਧਿਅਮ ਨਾਲ ਸਾਰੇ ਪੰਜਾਬ ਦੇ ਕਿਸਾਨਾਂ ਤੱਕ ਵੀ ਪਹੁੰਚਾਉਣਾ ਚਾਹੁੰਦਾ ਹੈ ਕਿ ਸਾਡੀਆਂ 10 ਕਿਸਾਨ ਜਥੇਬੰਦੀਆਂ ਦੀ ਕੁੱਲ ਕਿਸਾਨ ਤਾਲਮੇਲ ਕਮੇਟੀ ਨਾਲ ਜਿਹੜੀ ਕੋਆਰਡੀਨੇਸ਼ਨ ਬਣੀ ਹੋਈ ਆ, ਉਹਦੇ ਪੰਜਾਬ ਚੈਪਟਰ ਨੇ ਅਸੀਂ ਟੈਲੀਫੋਨ ਰਾਹੀਂ ਮੀਟਿੰਗ ਕੀਤੀ ਹੈ 3 ਘੰਟੇ, ਅੱਜ ਸਵੇਰੇ 9 ਤੋਂ 12:30 ਵਜੇ ਤੱਕ। ਅਸੀਂ ਇਹ ਐਲਾਨ ਕਰਤਾ ਹੈ ਕਿ ਅਸੀਂ ਲੋਕਾਂ ਨੂੰ ਸੱਦਾ ਦਿੱਤਾ ਸੀ ਵੀ 1 ਜੂਨ ਨੂੰ ਚੋਣਾਂ ਦਾ ਐਲਾਨ ਸਰਕਾਰ ਤੋਂ ਕਰਾਵਾਂਗੇ। 1 ਜੂਨ ਦਾ ਸਰਕਾਰ ਤੋਂ ਐਲਾਨ ਨਹੀਂ ਕੀਤਾ ਸਰਕਾਰ ਨੇ। ਸਾਡਾ ਹੁਣ ਵੀ ਸਰਕਾਰ ਨੂੰ ਤੁਹਾਡੇ ਨਾਲ ਹੀ ਬੇਨਤੀ ਆ ਵੀ 1 ਜੂਨ ਤੋਂ ਹੁਣ ਵੀ ਕਰ ਦੇਵੇ। ਪਰ ਜਿਨ੍ਹਾਂ ਨੇ ਉਸ ਢੰਗ ਦੇ ਨਾਲ ਪਨੀਰੀ ਲਾਤੀ, ਪੌਦਾ ਲਾਤੀਆਂ, ਉਹਨਾਂ ਦਾ ਤਾਂ 1 ਜੂਨ ਨੂੰ ਚਾਹ ਰਿਹਾ। ਜੇ ਉਹ ਕਿਸਾਨ 1 ਜੂਨ ਨੂੰ ਮਜਬੂਰੀ ਵਸ ਝੋਨਾ ਲਾਉਣਗੇ ਤਾਂ ਅਸੀਂ ਉਹਦਾ ਹੀ ਪਿੱਠ ਪਿੱਛੇ, ਜੇ ਸਰਕਾਰ ਉਹਦਾ ਨੂੰ ਕਿਸੇ ਕਿਸਮ ਦਾ ਕੋਈ ਕਰੇਗੀ ਤਾਂ ਅਸੀਂ ਅੱਗੇ ਲੱਗ ਕੇ ਉਹ ਸਰਕਾਰ ਨੂੰ ਉਹਨਾਂ ਉੱਤੇ ਜ਼ੁਲਮ ਜਾਂ ਜ਼ਬਰ ਕਰਨ ਤੋਂ ਜਾਂ ਪਰਚੇ ਦਰਜ ਕਰਾਉਣ ਤੋਂ ਰੋਕਾਂਗੇ ਆਪਦੇ ਰੱਖਾ ਦੇ ਰਾਹੀਂ ਇਹਨਾਂ ਕਰੋਨਾ ਵਰਗੀ ਸਥਿਤੀ ਵਿੱਚ ਵੀ। ਇਸੇ ਲਈ ਸਾਡੀ ਬੇਨਤੀ ਸਰਕਾਰ ਨੂੰ ਵੀ ਆ ਕਿ ਕਰੋਨਾ ਮਹਾਮਾਰੀ ਦੇ ਨਾਲ ਅਸੀਂ ਲੜ ਰਹੇ ਹਾਂ, ਅਨਾਜ ਪੈਦਾ ਕਰ ਰਹੇ ਹਾਂ ਕਿਸਾਨ, ਸਾਨੂੰ ਕਰੋਨਾ ਦੇ ਵਿਰੁੱਧ ਲੜਦੇ ਹੋਏ, ਸਮਾਜਿਕ ਡਿਸਟੈਂਸ ਰੱਖਦੇ ਹੋਏ ਕੰਮ ਕਰਨ ਦੋ, ਅਨਾਜ ਪੈਦਾ ਕਰਨ ਦੋ, ਸਾਡੀ ਮਦਦ ਕਰੋ, ਨਾ ਕਿ ਸਾਨੂੰ ਆਪ ਦੇ ਨਾਲ ਡਿਸਪਿਊਟ ਲਿਆ ਕੇ
ਸਟੇਟ ਗਵਰਨਮੈਂਟ ਜਾਂ ਕੇਂਦਰ ਜਗਮੋਹਨ ਜੀ ਇੱਕ ਗੱਲ ਨਹੀਂ ਸਮਝ ਆਉਂਦੀ ਤੁਹਾਡੀ ਕਿਸਾਨ ਯੂਨੀਅਨ ਦੀ। ਤੁਹਾਡੀ ਯੂਨੀਅਨ ਇੱਕ ਜੂਨ ਤੋਂ ਗੱਲ ਕਰ ਰਹੀ ਹੈ, ਰਾਜੇਵਾਲ ਗਰੁੱਪ ਹੈ ਜਿਹੜਾ ਬਲਵੀਰ ਸਿੰਘ ਰਾਜੇਵਾਲ ਉਹ 20 ਮਈ ਤੋਂ ਮੰਗ ਕਰ ਰਿਹਾ। ਇਹ ਕੀ ਚੱਕਰ ਹੈ, ਇੰਨਾ ਕਿਉਂ ਡਿਫਰੈਂਸ ਹੈ? ਦੇਖੋ ਜੀ ਇਹ ਥੋੜਾ ਕੰਪਰੀਹੈਂਸਿਵ ਬਣਾਉਣਾ ਚਾਹੀਦਾ ਜੀ, ਜਿਹੜਾ ਠੀਕ ਲੱਗੇ। ਸਾਨੂੰ ਇਹ ਲੱਗਦਾ ਜੇ 20 ਤੋਂ ਹੋ ਜਾਏ ਤਾਂ ਚੰਗੀ ਗੱਲ ਸੀ, ਕਿਉਂਕਿ ਉਹ ਉਦੋਂ ਤੱਕ ਤਾਂ ਜੇ ਤਾਂ 20 ਅਪ੍ਰੈਲ ਤੋਂ ਅਸੀਂ ਮਤਲਬ 1 ਮਹੀਨਾ ਦੇ ਰੱਖੋ ਪੌਦ ਲੈਂਦੀ ਆ, ਪਨੀਰੀ ਲੈਂਦੀ ਆ। ਜਿਹਦਾ 20 ਅਪ੍ਰੈਲ ਤੋਂ ਪੌਦ ਬੀਜਦੀ ਫਿਰ ਤਾਂ 20 ਮਈ ਵਾਲੀ ਡਿਮਾਂਡ ਵੀ ਕਰਦੀ ਸੀ। 20 ਅਪ੍ਰੈਲ ਤੱਕ ਸਿੱਧੀ ਬਿਜਾਈ ਦੀ ਗੱਲ ਹੋ ਸਕਦੀ ਹੈ ਨਾ, ਉਹ ਸਿੱਧੀ ਬਿਜਾਈ ਦੇ ਵਿੱਚ ਕਹਿ ਰਹੇ ਨੇ। ਖੈਰ ਮੈਂ ਤੁਹਾਡੇ ਕੋਲ ਫਿਰ ਆਉਣਾ ਜੇ ਟਾਈਮ ਬਚਦਾ। ਸਿੱਧੂ ਸਾਹਿਬ ਇੱਕ ਜਿਹੜੇ ਦੂਸਰੀ ਗੱਲ ਜਿਹੜੀ ਇੱਕ ਸਮਾਜਿਕ ਮੁੱਦਾ ਜਿਹੜਾ ਬਹੁਤ ਖਤਰਨਾਕ ਰੁਝਾਨ ਹੈ, ਜਿਹੜਾ ਦਰਸ਼ਕ ਉਹਨਾਂ ਨੇ ਪਹਿਲੇ ਪੱਤਰਕਾਰ ਦੇ ਨੋਟ ਕਰਾਇਆ, ਉੱਥੇ ਹੀ ਮੈਂ ਕੁਝ ਬੋਲਣਾ ਚਾਹੁੰਦਾ। ਮੈਂ ਤਾਂ ਇਹ ਐਲਾਨ ਹੀ ਕਰਨਾ ਚਾਹੁੰਦਾ ਵੀ ਇਹ ਜ਼ਿੰਮੇਵਾਰੀ ਸਾਨੂੰ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਸਾਂਭਣੀ ਚਾਹੀਦੀ ਆ। ਇਹ ਮਸਲਾ ਬਹੁਤ ਆਮ ਸਹਿਮਤੀ ਨਾਲ ਕਰਨਾ ਚਾਹੀਦਾ ਹੈ। ਇਹ ਸਮਾਜਿਕ ਦੁਰਵਿਹਾਰ ਜਾਂ ਸਮਾਜਿਕ ਦੂਰੀ ਜੇ ਭਾਈਚਾਰੇ ਦੇ ਵਿੱਚ ਹੁੰਦੀ ਆ, ਮਜ਼ਦੂਰਾਂ ਦੇ ਵਿੱਚ ਜੱਟ ਦੇ ਗੱਲ ਲਾ ਕੇ ਸਿਰੀ ਰੋਵੇ, ਸਤਰਾਮ ਦਾਸੀ ਦਾ ਗੀਤ ਸੀ, ਜਿੱਥੇ ਕਿਸਾਨ ਨੂੰ ਨੁਕਸਾਨ ਹੁੰਦਾ ਉੱਥੇ ਜਿਹੜਾ ਮਜ਼ਦੂਰ ਆ, ਖੇਤ ਮਜ਼ਦੂਰ, ਉਹਨੂੰ ਵੀ ਨੁਕਸਾਨ ਹੁੰਦਾ। ਇਸ ਕਰਕੇ ਅਸੀਂ ਤਾਂ ਚਾਹੁੰਦੇ ਹਾਂ ਕਿ ਇਹ ਜਿਹੜੀ ਆਪਸੀ ਮਿਲਵਰਤਨ ਬੜੇ, ਸਮਾਜਿਕ ਦੂਰੀ ਵੀ ਆ, ਇਹ ਗੈਰ ਜਮਹੂਰੀ ਵੀ ਆ, ਗੈਰ ਕਾਨੂੰਨੀ ਵੀ ਆ। ਦੇਖੋ ਕਿਸੇ ਨੂੰ ਰੋਕਣਾ ਤੇ ਸਾਡੇ ਪਿੰਡ ਤੋਂ ਬਾਹਰ ਹੀ ਕਰਦੇ ਬਾਉਂਡਡ ਲੇਬਰ ਵੀ ਆ, ਇਹ ਬਹੁਤ ਗਲਤ ਮਜ਼ਦੂਰ ਦੇ ਐਂਟੀ ਮਤਲਬ ਸ਼ਡਿਊਲ ਮਤਲਬ ਇੱਕ ਜਾਤੀ ਦੇ ਵਿਰੁੱਧ ਵੀ ਆ। ਇਸ ਕਰਕੇ ਇਹਨੂੰ ਆਪਾਂ ਕਿਵੇਂ ਰੋਕਣਾ? ਪਿੰਡਾਂ ਦੇ ਵਿੱਚ ਹਰ ਬੰਦੇ ਦਾ ਫਰਜ਼ ਬਣਦਾ। ਅਸੀਂ ਕੋਈ ਸਰਕਾਰ ਤੋਂ ਮੰਗ ਨਹੀਂ ਕਰਦੇ, ਸਰਕਾਰ ਨੇ ਕੁਝ ਨਹੀਂ ਕਰਨਾ। ਪੋਲੀਟੀਕਲ ਪਾਰਟੀਆਂ ਨੇ ਜਿਨ੍ਹਾਂ ਨੇ ਵੋਟਾਂ ਲੈਣੀਆਂ ਨੇ, ਉਹ ਵੋਟਾਂ ਦਾ ਹਿਸਾਬ ਕਿਤਾਬ ਕਰਨੀਆਂ ਨੇ। ਇਹਦੇ ਬਾਵਜੂਦ ਵੀ ਜੇ ਸਰਕਾਰ ਤੇ ਦੋਨੀ ਐਗਰੀਕਲਚਰ ਵਿੰਗ ਦੇ ਇੰਚਾਰਜ ਨੇ, ਉਹ ਕਹਿੰਦੇ ਨੇ ਕਿ ਅਸੀਂ ਕਰ ਰਹੇ ਆ, ਤਾਂ ਵੈਲਕਮ ਆ। ਪਰ ਮੈਂ ਤੁਹਾਡੇ ਜਰੀਏ ਜਿਹੜੀਆਂ ਕਿਸਾਨ ਜਥੇਬੰਦੀਆਂ ਸਾਡੇ ਨਾਲ ਸਾਂਝੀਆਂ ਨੇ, ਉਹਨਾਂ ਦੇ ਵਿੱਚ ਅਸੀਂ ਪਾਸ ਹੀ ਕੀਤਾ ਹੈ। ਤੁਹਾਡੇ ਜਰੀਏ ਹੋਰ ਕਿਸਾਨਾਂ ਨੂੰ, ਕਿਸਾਨ ਜਥੇਬੰਦੀਆਂ ਨੂੰ, ਐਨਜੀਓ ਨੂੰ ਕਹਿੰਦਾ ਵੀ ਇੱਕ ਇੰਪੋਰਟੈਂਟ ਰੋਲ ਹੋਣ, ਭਾਈਚਾਰਕ ਸਾਂਝ ਰੱਖਣ ਤੇ ਇੱਕ ਆਮ ਸਾਂਝੀ। ਜੀ ਬਿਲਕੁਲ। ਸਿੱਧੂ ਸਾਹਿਬ, ਜਿਹੜੀ ਗੱਲ ਤੁਸੀਂ ਲਗਾਤਾਰ ਪਿੰਡ ਜਾਂਦੇ ਰਹਿੰਦੇ ਹੋ, ਮੈਨੂੰ ਪਤਾ ਹੈ। ਗੱਲ ਇਹ ਹੈ ਜਿਹੜੀ ਗੱਲ ਜਗਮੋਹਨ ਹੋਰਾਂ ਨੇ ਹਟਾਈ, ਜਿਹੜੀ ਦਰਸ਼ਕ ਹੋਰਾਂ ਨੇ ਹਟਾਈ, ਔਰ ਖਾਸ ਤੌਰ ਤੇ ਸੰਧਵਾ ਸਾਹਿਬ ਨੇ ਜਿਹੜੀ ਗੱਲ ਕੀਤੀ, ਇਹ ਗੱਲ ਆਪਣੇ ਆਪ 'ਚ ਬਹੁਤ ਇਸ ਕਰਕੇ ਖਤਰਨਾਕ ਹੈ ਕਿ ਸਾਡੇ ਭਾਈਚਾਰੇ 'ਚ ਇਸ ਤਰ੍ਹਾਂ ਦਾ ਟਕਰਾਅ ਨਹੀਂ ਸੀ ਕਦੇ। ਇਹ ਜਿਹੜਾ ਟਕਰਾਅ, ਮੈਂ ਸਿਰਫ ਇੱਕ ਗੱਲ ਜਾਣਨੀ ਚਾਹੁੰਦਾ ਆਪਣੇ ਸਾਰੇ ਪੈਨਲਿਸਟਾਂ ਤੋਂ ਕਿ ਜਿਹੜੇ ਬਿਹਾਰੀ ਜਿਹੜੇ ਆਉਂਦੇ ਨੇ ਉਦੋਂ ਕੀ ਮੰਗਦੇ ਨੇ, ਉਹਨਾਂ ਦਾ ਟੋਟਲ ਖਰਚਾ ਕਿੰਨਾ ਪੈਂਦਾ, ਉਹਨਾਂ ਨੂੰ ਰਹਿਣਾ ਵੀ ਹੈ, ਉਹਨਾਂ ਨੂੰ ਰੱਖਣਾ ਵੀ ਹੈ, ਉਹਨਾਂ ਦਾ ਖਰਚਾ, ਉਹਨਾਂ ਦੇ ਰਹਿਣ ਸਹਿਣ ਖਾਣ ਪੀਣ, ਜੇ ਸਾਰਾ ਮਿਲਾਈਏ, ਜੇ ਉਦੋਂ ਕਿੰਨਾ ਕੁ ਜ਼ਿਆਦਾ ਮੰਗਦੇ ਨੇ, ਕਿਸ ਤਰ੍ਹਾਂ ਲੈਣੇ ਹੋ ਸਾਰੀ ਗੱਲ ਤੁਸੀਂ? ਵਾਲੇ ਸਾਹਿਬ, ਜਿਹੜੀ ਬਿਹਾਰ ਦੀ ਲੇਬਰ ਆਉਂਦੀ ਹੈ ਉਹਨਾਂ ਦੇ ਤੇ ਆਪਣੀ ਲੇਬਰ ਦੇ ਵਿੱਚ ਕਈ ਫਰਕ ਹੈਗੇ ਨੇ, ਜਿਹੜੇ ਮੈਂ ਹੁਣ ਇੱਥੇ ਪੂਰੀ ਡਿਟੇਲ ਤਾਂ ਨਹੀਂ ਡਿਸਕਸ ਕਰ ਸਕਦੇ ਆਪਾਂ, ਜਦੋਂ ਲੰਬਾ ਹੋ ਜਾਊਗਾ। ਜਿਹੜੀ ਬਿਹਾਰੀ ਲੇਬਰ ਹੈ ਉਹ ਇੱਕ ਤਾਂ ਸਟੇਸ਼ਨ ਹੁੰਦੀ ਹੈ ਉਸੇ ਜਗ੍ਹਾ ਤੇ ਜਿੱਥੇ ਉਹਨਾਂ ਨੇ ਝੋਨਾ ਲਾਉਣਾ ਹੁੰਦਾ, ਉਹ ਦਾ ਠੇਕੇ ਤੇ ਉਹ ਜ਼ਿਆਦਾਤਰ ਲਾਉਂਦੇ ਨੇ, ਔਰ ਉਹਨਾਂ ਨੇ ਕੰਮ ਨੂੰ ਤੇਜ਼ੀ ਨਾਲ ਕਰਦੇ ਨੇ, ਔਰ ਉਹਨਾਂ ਨੂੰ ਹੁੰਦਾ ਵੀ ਜਿੰਨਾ ਕੰਮ ਅਸੀਂ ਤੇਜ਼ੀ ਨਾਲ ਕਰਕੇ ਜਾਵਾਂਗੇ, ਅਸੀਂ ਵਾਪਸ ਆਪਦੇ ਬਿਹਾਰ ਜਾ ਕੇ, ਉਹਨਾਂ ਨੇ ਜਾਂ ਯੂਪੀ ਜਾ ਕੇ ਦੁਬਾਰਾ ਉਹਨਾਂ ਨੇ ਉਹ ਲੇਬਰ ਜਿਹੜੀ ਆ ਉਹ ਖੇਤੀ ਨਾਲ ਜੁੜੀ ਲੇਬਰ ਹੈ, ਉੱਥੇ ਵਾਪਸ ਜਾ ਕੇ ਕਰਦੀ ਹੈ। ਉਹਦੇ ਚ ਕੀ ਹੈ ਵੀ ਉਹ ਐਡਵਾਂਟੇਜ ਇੱਕ ਤਾਂ ਉਹ ਉਹਨਾਂ ਦਾ ਜਿਹੜਾ ਖਰਚਾ ਹੈ, ਜਿਹੜਾ ਉਹ ਜਿਹੜੀ ਠੇਕਾ ਉਹ ਕੱਟ ਲੈਂਦੇ ਨੇ, ਕਿਉਂਕਿ ਰੋਟੀ ਉਹਨਾਂ ਨੇ ਉੱਥੋਂ ਖਾਣੀ ਹੁੰਦੀ ਹੈ, ਜਿਹੜਾ ਬੰਦਾ ਉਹਨੇ ਦੇਣੀ ਹੁੰਦੀ ਹੈ, ਰੋਟੀ ਦਾ ਖਰਚਾ ਜਿਹੜਾ ਉਹਨਾਂ ਨੂੰ ਆਲੂ ਜਾਂ ਜੋ ਵੀ ਆਟਾ ਵਗੈਰਾ ਸਾਰਾ ਕੁਝ ਉਹਨਾਂ ਨੇ ਦੇਣਾ ਹੁੰਦਾ। ਦੂਸਰੀ ਗੱਲ ਇਹ ਹੈ ਵੀ ਸਾਡੇ ਮੁਕਾਬਲੇ ਉਹਨਾਂ ਦਾ ਹੋਰ ਕਈ ਖਰਚੇ ਘੱਟ ਨੇ, ਜਿਹੜਾ ਮੈਂ ਆਪ ਪ੍ਰੈਕਟੀਕਲ ਦੇਖੇ ਨੇ, ਜਿਵੇਂ ਚਾਹ ਦਾ ਖਰਚਾ ਸਾਡੇ ਨਾਲ ਉਹਨਾਂ ਦਾ ਬਹੁਤ ਘੱਟ ਹੈ, ਜਾਂ ਸਾਡੇ ਹੋਰ ਕਈ ਖਰਚੇ ਜਿਹੜੇ ਉਹਨਾਂ ਦੇ ਘੱਟ ਨੇ, ਉਹ ਘੱਟ ਖਰਚੇ ਤੇ ਆਪਦਾ ਗੁਜ਼ਾਰਾ ਕਰਨ ਦੇ ਆਦੀ ਨੇ। ਆਪਾਂ ਹੁਣ ਵੀ ਦੇਖ ਰਹੇ ਹਾਂ ਕਿ ਬਿਹਾਰ ਦੀ ਲੇਬਰ 'ਚ ਇੰਨੀ ਹਿੰਮਤ ਜਾਂ ਕਹਿ ਲਓ ਜਾਂ ਉਹਨਾਂ ਦੇ ਕੁਝ ਵੀ ਕਹਿ ਲਓ ਕਿ ਹਜ਼ਾਰਾਂ ਕਿਲੋਮੀਟਰ ਨਾਲ ਮੱਥਾ ਲਾ ਕੇ ਤੁਰੇ ਜਾਂਦੇ ਨੇ, ਉਹਨਾਂ ਦਾ ਆਪਦਾ ਇੱਕ ਸਟਰਕਚਰ ਹੈ ਜਾਂ ਕੁਛ ਹੈ ਕਹਿ ਸਕਦੇ। ਲੇਕਿਨ ਇੱਥੇ ਮੈਂ ਇਹ ਗੱਲ ਨੂੰ ਜ਼ਿਆਦਾ ਜ਼ੋਰ ਨਹੀਂ ਦੇਵਾਂਗਾ। ਦੂਸਰੇ ਪਾਸੇ ਕੀ ਹੈ ਕਿ ਜਿਹੜਾ ਇਹ ਟਕਰਾਅ ਦੀ ਜਿਹੜੀ ਸਿਚੁਏਸ਼ਨ ਪੈਦਾ ਹੋ ਰਹੀ ਹੈ, ਇਹ ਕਿੱਥੇ ਜਿੱਥੇ ਵੀ ਹੋ ਰਹੀ ਹੈ, ਐਕਚੁਅਲੀ ਇਹ ਸਾਰੀ ਪੋਲੀਟੀਕਲਾਈਜ਼ਡ ਹੈ, ਇਹ ਸਾਰੀ ਸਿਆਸੀ ਹੈ। ਸੋਚਣ ਵਾਲੀ ਗੱਲ ਹੈ ਕਿ ਜੇ ਸਿਆਸੀ ਬੰਦੇ ਜਿਹੜੇ ਭਾਵੇਂ ਛੋਟੇ ਲੈਵਲ ਦੇ ਨੇ, ਭਾਵੇਂ ਪਿੰਡ ਲੈਵਲ ਦੇ ਨੇ, ਭਾਵੇਂ ਸ਼ਹਿਰ ਲੈਵਲ ਦੇ ਨੇ, ਉਹਨਾਂ ਨੂੰ ਇਹ ਚਾਹੀਦਾ ਹੈ ਕਿ ਇਸ ਵੇਲੇ ਬੜਾ ਕ੍ਰਾਈਸਿਸ ਦਾ ਸਮਾਂ ਹੈ ਦੋਨਾਂ ਤਰ੍ਹਾਂ ਤੇ, ਲੇਬਰ ਤੇ ਵੀ ਤੇ ਕਿਸਾਨ ਤੇ ਵੀ। ਇਸ ਵੇਲੇ ਦੋਨੇ ਤਰ੍ਹਾਂ ਜਿਹੜੀਆਂ ਵਜਨ ਚੱਲਣ ਵਾਸਤੇ, ਇੱਕ ਦੂਜੇ ਦਾ ਵਜਨ ਚੱਲਣ ਵਾਸਤੇ ਕਾਫੀ ਔਖੀਆਂ ਨੇ। ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਸਾਡੇ ਤੋਂ ਆਪ ਨੂੰ ਨਹੀਂ ਕੁਛ ਹੁੰਦਾ ਤੇ ਅਸੀਂ ਕਿਸੇ ਨੂੰ ਕੀ ਕਰੀਏ। ਦੂਸਰੀ ਗੱਲ ਇਹ ਵੀ ਐਕਸਪਲੋਇਟੇਸ਼ਨ ਨਹੀਂ ਹੋਣੀ ਚਾਹੀਦੀ, ਨਾ ਤਾਂ ਐਕਸਪਲੋਇਟੇਸ਼ਨ ਚਾਹੀਦੀ ਹੈ ਕਿਸਾਨ ਨੂੰ ਕਰਨੀ ਲੇਬਰ ਦੀ, ਤੇ ਨਾ ਹੀ ਲੇਬਰ ਨੂੰ ਐਕਸਪਲੋਇਟੇਸ਼ਨ ਕਰਨੀ ਚਾਹੀਦੀ ਹੈ ਕਿਸਾਨ ਦੀ।
ਹੁਣ ਇੱਥੇ ਕੀ ਹੈ, ਇਸ ਸਿਚੁਏਸ਼ਨ ਦੇ ਵਿੱਚ ਲੀਡਰਸ਼ਿਪ ਜਾਂ ਜਿਹੜੀ ਛੋਟੀ ਮੋਟੀ ਲੀਡਰਸ਼ਿਪ ਹੈ ਐਕਸਪਲੋਇਟੇਸ਼ਨ ਤੇ ਉਤਰੀ ਹੋਈ ਹੈ, ਚਾਹੇ ਉਹਨੂੰ ਕਿਸੇ ਦੀ ਵੀ ਲੀਡਰਸ਼ਿਪ ਜੀ ਸਿੱਧੂ ਸਾਹਿਬ ਹਾਂ ਉਹਦਾ ਫਾਇਦਾ ਉਠਾਉਣਾ। ਸਿੱਧੂ ਸਾਹਿਬ ਸਵਾਲ ਇਹ ਆ, ਤੁਸੀਂ ਇਸ਼ਾਰਾ ਕਿਹੜੀ ਜੇ ਖੁੱਲ ਕੇ ਗੱਲ ਕਰੋ ਤਾਂ ਕਿ ਕੌਣ ਲੜਾਉਣਾ ਚਾਹੁੰਦਾ ਹੈ? ਦੇਖੋ ਇਸ 'ਚ ਮੈਂ ਕਿਸੇ ਇੱਕ ਪਾਰਟੀਕੂਲਰ, ਦੇਖੋ ਐਕਸਪਲੋਇਟੇਸ਼ਨ ਜਿਹੜੀ ਹੁੰਦੀ ਹੈ ਉਹ ਲੀਡਰਸ਼ਿਪ ਜਿਹੜੀ ਆ ਵੱਖਰੀ ਵੱਖਰੀ ਤਰ੍ਹਾਂ ਦੀ ਲੀਡਰਸ਼ਿਪ ਹੁੰਦੀ ਹੈ। ਮੈਂ ਕਿਸੇ ਇੱਕ ਪਾਰਟੀ ਨੂੰ ਕਹਾਂ ਤੇ ਗਲਤ ਹੈ, ਕਿਉਂਕਿ ਕੋਈ ਇੱਕ ਪਾਰਟੀ ਨਹੀਂ, ਕਿਤੇ ਕੋਈ ਪਾਰਟੀ ਕੰਮ ਕਰ ਰਹੀ ਹੈ, ਕਿਤੇ ਕੋਈ ਪਾਰਟੀ ਕੰਮ ਕਰ ਰਹੀ ਹੈ, ਕਿਤੇ ਕੋਈ ਵਿਰੋਧਤਾ ਕਰਦਾ, ਕਿਤੇ ਕੋਈ। ਜਿਹੜੇ ਜਿਵੇਂ ਮਜ਼ਦੂਰ ਸੰਘ ਦੇ ਲੀਡਰ ਨੇ ਉਹ ਮਜ਼ਦੂਰਾਂ ਵਾਲੀ ਗੱਲ ਕਰਦੇ ਨੇ, ਜਿਹੜੇ ਕਿਸਾਨ ਦੇ ਸੰਘ ਦੇ ਲੀਡਰ ਨੇ ਉਹ ਕਿਸਾਨਾਂ ਵਾਲੀ ਗੱਲ ਕਰਦੇ ਨੇ, ਜਿਹੜੇ ਪੋਲੀਟੀਕਲ ਬੰਦੇ ਨੇ ਉਹ ਆਪਦੀ ਸਿਆਸਤ ਦੇ ਹਿਸਾਬ ਨਾਲ ਗੱਲ ਕਰਦੇ ਨੇ। ਸੋ ਇਹ ਸਾਰਿਆਂ ਦਾ ਟਕਰਾਅ ਹੈ। ਜੀ ਸਿੱਧੂ ਸਾਹਿਬ, ਮੈਂ ਨਾ ਤੁਹਾਡੇ ਕੋਲ ਦੁਬਾਰਾ ਆਊਂਗਾ, ਜੇ ਸਿੱਧੂ ਸਾਹਿਬ ਜੇ ਟਾਈਮ ਬਚਾ ਦੁਬਾਰਾ ਆਊਂਗਾ। ਮੇਰੇ ਕੋਲ 2 ਪੈਨਲਿਸਟ ਨੇ ਜਿਨ੍ਹਾਂ ਦੀ ਮੈਂ ਟਿੱਪਣੀ ਲੈਣੀ ਹੈ। ਦਰਸ਼ਨ ਜੀ, ਗੱਲ ਇਹ ਹੈ ਕਿ ਜਿਹੜਾ ਤੁਸੀਂ ਲਗਾਤਾਰ ਲਿਖਦੇ ਹੋ ਇਸ ਇਸ਼ੂ ਤੇ, ਤੁਹਾਨੂੰ ਕੀ ਲੱਗਦਾ ਹੈ ਇਸ ਤੇ ਪੋਲੀਟੀਕਲ ਪਾਰਟੀਆਂ ਦੀ ਭੂਮਿਕਾ ਕੋਈ ਜ਼ਿਆਦਾ ਵਧੀਆ ਹਾਲੇ ਤੱਕ ਨਹੀਂ ਲੱਗਦੀ ਤੁਹਾਨੂੰ? ਪਾਰਟੀਆਂ ਕੁਝ ਕਰ ਰਹੀਆਂ ਨੇ, ਪਰ ਇਹ ਪੰਚਾਇਤ ਲੈਵਲ ਤੇ ਹੀ ਹੋ ਰਿਹਾ ਕੰਮ। ਜਿਹੜੀਆਂ ਪੰਚਾਇਤਾਂ ਨੇ ਮਤੇ ਲਿਖੇ ਨੇ ਤੇ ਉਹੋ ਜਿਹੇ ਮਤੇ ਨਾ ਸਾਹਮਣੇ ਵੀ ਆ ਚੁੱਕੇ ਨੇ, WhatsApp ਤੇ ਵੀ ਆ ਚੁੱਕੇ ਨੇ, ਤੇ ਇਸ ਕੰਮ ਦੇ ਵਿੱਚ ਜਿਹੜੀ ਕਿਸਾਨ ਯੂਨੀਅਨ ਬੜੀਆਂ ਅਹਿਮ ਭੂਮਿਕਾ ਨਿਭਾ ਸਕਦੀਆਂ ਨੇ। ਤੇ ਮੈਨੂੰ ਤਾਂ ਇਹ ਵੀ ਲੱਗਦਾ ਵੀ ਸਰਕਾਰ ਨੂੰ ਚਾਹੀਦਾ ਹੈ ਕਿ ਜਿਸ ਤਰੀਕੇ ਨਾਲ ਝੋਨੇ ਜਾਂ ਕਣਕ ਦੀ ਸਪੋਰਟ ਪ੍ਰਾਈਸ ਫਿਕਸ ਕੀਤੀ ਜਾਂਦੀ ਹੈ, ਉਸੇ ਤਰੀਕੇ ਨਾਲ ਕਿਸਾਨਾਂ ਦੀ ਜਿਹੜੀ ਹੈ, ਮਜ਼ਦੂਰਾਂ ਦੀ ਵੀ ਜਿਹੜੀ ਹੈਗੀ ਹੈ ਇੱਕ ਫਿਕਸ ਕਰ ਦੇਣੀ ਚਾਹੀਦੀ ਹੈ। ਉਸ ਤੋਂ ਬਾਅਦ ਦੇਖ ਲੈਣਾ ਚਾਹੀਦਾ ਵੀ ਕਿੰਨੇ ਕੁ ਅਗਲਾ ਹੋਰ ਦੇਣ ਯੋਗ ਹੈਗਾ। ਜਿਸ ਤਰੀਕੇ ਨਾਲ ਕਿਸਾਨਾਂ ਨੂੰ ਪੰਜਾਬ ਦੇ ਵਿੱਚ ਜਦੋਂ ਮੰਡੀਆਂ ਦੇ ਵਿੱਚ ਸਹੀ ਮਤਲਬ ਭਾਅ ਨਹੀਂ ਮਿਲਦਾ ਤਾਂ ਉਹ ਹਰਿਆਣੇ ਵੇਚਣ ਚਲੇ ਜਾਂਦੇ ਆ। ਤਾਂ ਇਸ ਤਰੀਕੇ ਦੇ ਨਾਲ ਜਿਹੜੇ ਮਜ਼ਦੂਰ ਵੀ ਆ ਆਪਣੀ ਜਿਹੜੀ ਮਜ਼ਦੂਰੀ ਆ ਕਿਤੇ ਵੀ ਕਰ ਸਕਦੇ ਆ। ਇਸ ਸੰਬੰਧ ਵਿੱਚ ਜਿਹੜੇ ਮੈਂ ਇਹੀ ਕਹਿਣਾ ਵੀ ਜਿਹੜੀ ਕਿਸਾਨ ਯੂਨੀਅਨ ਨੇ ਨਾ ਇਹ ਖਾਸ ਭੂਮਿਕਾ ਨਿਭਾ ਸਕਦੀਆਂ ਨੇ, ਤੇ ਉਹਨਾਂ ਨੂੰ ਚਾਹੀਦਾ ਕਿ ਉਹ ਪੰਚਾਇਤਾਂ ਦੇ ਉੱਤੇ ਵੀ ਆਪਣਾ ਪ੍ਰਭਾਵ ਪਾਉਣ, ਤੇ ਕਿਸਾਨਾਂ ਜਿਹੜੇ ਮਜ਼ਦੂਰ ਨੇ ਉਹ ਹਮੇਸ਼ਾ ਕਿਸਾਨਾਂ ਨਾਲ ਖੜਦੇ ਰਹੇ ਨੇ। ਜਦ ਵੀ ਕੋਈ ਸੰਕਟ ਆਇਆ ਤਾਂ ਉਹ ਕਿਸਾਨਾਂ ਨੂੰ ਆਪਣੇ ਮਜ਼ਦੂਰਾਂ ਨੂੰ ਨਾਲ ਲੈ ਕੇ ਉਹ ਜਾਂਦੇ ਰਹੇ ਨੇ, ਸੰਘਰਸ਼ ਕਰਦੇ ਰਹੇ ਨੇ। ਇਸ ਗੱਲ ਕਰਕੇ ਇਹਨਾਂ ਦੋਨਾਂ ਧਿਰਾਂ ਨੂੰ ਸਮਝਾਉਣ ਦੀ ਲੋੜ ਹੈ ਤਾਂ ਜੋ ਜਿਹੜਾ ਇੱਕ ਨਾ ਕਿਸਾਨਾਂ ਦੀ ਐਕਸਪਲੋਇਟੇਸ਼ਨ ਹੋਵੇ ਤੇ ਨਾ ਹੀ ਮਜ਼ਦੂਰਾਂ ਦੀ ਐਕਸਪਲੋਇਟੇਸ਼ਨ ਹੋਵੇ। ਬਿਲਕੁਲ ਇਹ ਗੱਲ ਦਰਸ਼ਕ ਜੀ ਇਹੀ ਗੱਲ ਸਿੱਧੂ ਸਾਹਿਬ ਨੇ ਕਹੀ ਹੈ। ਹੁਣ ਮੈਂ ਜਿਹੜੀ ਗੱਲ ਆਪਣੇ ਕਿ ਤੁਸੀਂ ਤਾਂ 2 in 1 ਹੋ ਜੀ, ਕਲਤਾਰ ਸਿੰਘ ਸੰਧਵਾ ਸਾਹਿਬ, ਤੁਸੀਂ ਸਿਆਸੀ ਤੌਰ ਤੇ ਵੀ ਵਿਚਰ ਰਹੇ ਹੋ ਔਰ ਤੁਸੀਂ ਕਿਸਾਨ ਵਿੰਗ ਵੀ ਤੁਹਾਡੇ ਕੋਲ ਹੈ, ਕਿ ਪਾਰਟੀ ਪੱਧਰ ਤੇ ਇੱਕ ਪੋਲੀਟੀਕਲ ਪਾਰਟੀਆਂ ਜਿਹੜੀਆਂ ਸਾਡੀਆਂ ਹੈਗੀਆਂ ਨੇ, ਤੁਹਾਡੀ ਹੈ ਤੇ ਬਾਕੀ ਹੋਰ ਨੇ, ਉਹਨਾਂ ਦੀ ਕੋਈ ਭੂਮਿਕਾ ਨੂੰ ਅਸੀਂ ਕਿਵੇਂ ਨਕਾਰ ਦਈਏ ਕਿ ਉਹ ਕਿਵੇਂ ਚੁੱਪ ਰਹਿ ਸਕਦੀਆਂ ਨੇ? ਆਖਰ ਵੋਟਾਂ ਤਾਂ ਉੱਥੇ ਜਾ ਕੇ ਲੈਣੀਆਂ ਨੇ। ਕੋਈ ਯੂਨੀਅਨ ਕੋਲ ਤਾਂ ਜਿਵੇਂ ਦਰਸ਼ਕ ਹੋਰਾਂ ਨੇ ਕਿਹਾ ਅਸੀਂ ਗੱਲ ਕਰਾਂਗੇ, ਪਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪੋਲੀਟੀਕਲ ਪਾਰਟੀਆਂ ਕਿਵੇਂ ਕੰਮ ਕਰਨ? ਦੇਖੋ ਜੀ, ਇਹ ਜਿਹੜੀ ਨਾ ਕੋਈ ਵੀ ਜਿਹੜੀ ਕ੍ਰਾਈਸਿਸ ਪੈਦਾ ਹੁੰਦਾ ਸੋਸਾਇਟੀ ਦੇ ਵਿੱਚ, ਉਹਦਾ ਜਿਹੜਾ ਜੇ ਆਪਾਂ ਲੇਖਾ ਜੋਖਾ ਕਰੀਏ ਤੇ ਅਖੀਰ ਤੇ ਉਹਦਾ ਕਾਰਨ ਤੇ ਉਹਦਾ ਹੱਲ ਪੋਲਿਟਿਕਸ ਵਿੱਚ ਨਿਕਲਦਾ। ਸੋ ਪੋਲੀਟੀਕਲ ਪਾਰਟੀਆਂ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ। ਜਿਹੜੇ ਸਰਪੰਚ ਆ ਕਿਤੇ ਨਾ ਕਿਤੇ ਜਿਹੜੀਆਂ ਇਹ ਆਪਦੀ ਲੀਡਰਸ਼ਿਪ ਨੂੰ ਵੀ ਜਵਾਬਦੇਹ ਹੁੰਦੇ ਆ। ਸੋ ਪਾਰਟੀਆਂ ਨੂੰ, ਪੋਲੀਟੀਕਲ ਪਾਰਟੀਆਂ ਨੂੰ ਅੱਗੇ ਆ ਕੇ ਭਾਈਚਾਰਕ ਸਾਂਝ ਦਾ ਹੋਕਾ ਦੇਣਾ ਚਾਹੀਦਾ, ਔਰ ਜਿਹੜੀ ਆ ਮਿਨੀਮਮ ਜਿਹੜਾ ਉਹਨਾਂ ਨੂੰ ਮਤਲਬ ਐਕਸਪਲੋਇਟੇਸ਼ਨ ਕਿਸੇ ਨਾ ਤਾਂ ਜ਼ਿਮੀਂਦਾਰ ਦੀ ਹੋਵੇ ਤੇ ਨਾ ਹੀ ਕਿਸੇ ਵਰਕਰ ਦੀ ਹੋਵੇ, ਇਸ ਤਰ੍ਹਾਂ ਦਾ ਇੱਕ ਚਾਰਟਰ ਬਣਾ ਕੇ ਸਾਰੀਆਂ ਪਾਰਟੀਆਂ ਨੂੰ ਅੱਗੇ ਆਉਣਾ ਚਾਹੀਦਾ। ਔਰ ਅਸੀਂ ਤਾਂ ਲੱਗੇ ਹੋਏ ਹਾਂ ਜੀ, ਅਸੀਂ ਤਾਂ ਪਹਿਲੇ ਦਿਨ ਤੋਂ ਹੀ ਮੰਗ ਕੀਤੀ, ਪਿਛਲੇ ਹਫ਼ਤੇ ਵੀ ਅਸੀਂ ਮੰਗ ਕੀਤੀ ਸੀ ਇਹ ਕਿ ਸਰਕਾਰ ਆਪਦੇ ਤੌਰ ਤੇ ਇੱਕ ਕਮੇਟੀ ਬਣਾ ਕੇ ਇਹ ਜਿਹੜਾ ਝੋਨੇ ਦੀ ਲਵਾਈ ਵਾਲਾ ਖਰਚਾ ਇਹਨੂੰ ਇੱਕ ਤਰ੍ਹਾਂ ਫਿਕਸ ਕਰੇ ਆਪਦੇ ਵੱਲੋਂ। ਸੋ ਉਸੇ ਤਰੀਕੇ ਦੇ ਨਾਲ ਸਾਰੀਆਂ ਪਾਰਟੀਆਂ ਮੰਗ ਉਠਾਉਣ, ਔਰ ਭਾਈਚਾਰਕ ਸਾਂਝ ਦਾ ਹੋਕਾ ਬਹੁਤ ਵੱਡੀ ਜ਼ਰੂਰਤ ਹੈ ਜੀ ਇਸ ਸਮੇਂ, ਕਿਉਂਕਿ ਬੜਾ ਕ੍ਰਾਈਸਿਸ ਦਾ ਸਮਾਂ। ਜੇ ਆਪਾਂ ਆਪਸ ਵਿੱਚ ਹੀ ਲੜਨ ਲੱਗ ਪਏ ਤੇ ਫਿਰ ਇਹ ਤਾਂ ਸਮਾਂ ਕੱਢਣਾ ਬੜਾ ਔਖਾ ਹੋ ਜਾਣਾ ਜੀ। ਜੀ ਬਿਲਕੁਲ। ਮੈਂ ਹੁਣ ਜਗਮੋਹਨ ਜੀ, ਜਿਵੇਂ ਇਹਨਾਂ ਨੇ ਕਿਹਾ, ਦਰਸ਼ਨ ਹੋਰਾਂ ਨੇ ਕਿਹਾ, ਸਾਰੇ ਲੋਕ ਕਿਸਾਨ ਯੂਨੀਅਨ ਤੇ, ਕਿਉਂਕਿ ਸਿੱਧਾ ਟਕਰਾਅ ਕਿਸਾਨਾਂ ਨਾਲ ਹੈ, ਕਿਸਾਨ ਯੂਨੀਅਨ ਤੇ ਟੇਕ ਰੱਖ ਰਹੇ ਨੇ ਕਿ ਤੁਸੀਂ ਕਿਸਾਨ ਯੂਨੀਅਨ ਆ ਉਹ ਕੀ ਕਰਨੇ ਦੇ ਚ? ਦੇਖੋ ਜੀ, ਕਿਸਾਨ ਯੂਨੀਅਨ ਦੇ ਭਾਈਚਾਰਕ ਸਾਂਝ ਬਣਾਉਣ ਲਈ ਬਹੁਤ ਜ਼ਿਆਦਾ ਪਹਿਲ ਕਦਮੀ ਕਰਨੀ ਚਾਹੀਦੀ ਆ। ਜੇ ਇਸ ਕਿਸਮ ਦੇ ਅੰਤਰ ਜਿਹੜੇ ਮਤਲਬ ਇੱਕ ਮਿੰਟ ਜਗਮੋਹਨ ਜੀ, ਜਿਵੇਂ ਦਰਸ਼ਕ ਉਹਨਾਂ ਨੇ ਕਿਹਾ ਹੈ ਨਾ, ਬਹੁਤ ਸਾਰੇ ਸੰਘਰਸ਼ ਤੁਸੀਂ ਮਜ਼ਦੂਰਾਂ ਨੂੰ ਨਾਲ ਲੈ ਕੇ ਲੜੇ ਨੇ, ਤੇ ਇਹ ਮੌਕਾ ਇਕੱਠੇ ਹੋ ਕੇ ਚੱਲਣ ਦਾ ਸੀ, ਨਾ ਕਿ ਟਕਰਾਅ ਦਾ ਸੀ।
ਜੀ ਦੇਖੋ, ਕਿਸਾਨ ਜਥੇਬੰਦੀਆਂ ਦੇ ਕੋਈ ਨਾ ਇਸ ਕਿਸਮ ਦੇ ਸਾਡੇ ਨੋਟਿਸ 'ਚ ਆਏ ਨਹੀਂ। ਜੇ ਕਿਤੇ ਆਇਆ ਕੋਈ ਇੱਕੋ ਦੁੱਕਾ ਅਸੀਂ ਡਿਸਕਰਜ ਕੀਤਾ ਐਕਟਿਵਲੀ ਕਿ ਕਿਸਾਨ ਜਥੇਬੰਦੀਆਂ ਵਿੱਚ ਇਨਵੋਲਵ ਨਹੀਂ ਆ ਇਹਨਾਂ ਦੇ ਵਿੱਚ। ਅਸੀਂ ਕਹਿੰਦੇ ਆ ਵੀ ਪਿੰਡਾਂ ਦੀਆਂ ਪੰਚਾਇਤਾਂ, ਵੱਡੇ ਘਨਾੜ ਜਾਂ ਮਤਲਬ ਹੋਰ ਕਈ ਅੰਸਰ ਐਸੇ ਨੇ ਜਿਹਨਾਂ ਦੇ ਵਿੱਚ ਜਾਤ ਪਾਤ ਵਾਲਾ ਜਿਹੜਾ ਮਸਲਾ ਉਹ ਬਹੁਤ ਹੈਗਾ, ਮਨਾਂ 'ਚ ਭਰਿਆ ਹੋਇਆ। ਇੱਕ ਸੱਭਿਆਚਾਰਕ ਤੌਰ ਤੇ ਪਿਛਲੇ ਲੰਮੇ ਸਮੇਂ ਤੋਂ ਉਹ ਇਹਦੇ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਨੇ। ਸਾਨੂੰ ਤਾਂ ਲੱਗਦਾ ਵੀ ਇਹ ਪੱਕੀ ਗੱਲ ਹੈ ਕਿ ਕਿਸਾਨਾਂ ਦਾ ਜਿਹੜਾ ਲਾਗਤ ਖਰਚਾ ਇਸ ਵਾਰੀ ਲੇਬਰ ਦੀ ਸਮੱਸਿਆ ਕਰਕੇ ਵਧੂਗਾ, ਪਰ ਇਸ ਲਾਗਤ ਖਰਚੇ ਦੇ ਵਧਣ ਕਰਕੇ ਇਹਦੀ ਕੀਮਤ ਅਸੀਂ 3000 ਰੁਪਇਆ ਮੰਗ ਰਹੇ ਹਾਂ। ਕੈਪਟਨ ਅਮਰਿੰਦਰ ਸਿੰਘ ਨੇ ਲੇਬਰ ਦੀ ਸਮੱਸਿਆ ਨੂੰ ਉਦੋਂ ਇੰਨਾ ਦੇਖਿਆ ਨਹੀਂ ਹੋਣਾ ਜਦੋਂ 2902 ਮੰਗੀ ਸੀ, ਅਸੀਂ 3000 ਮੰਗ ਰਹੇ ਹਾਂ। ਇਸ ਕਰਕੇ ਸਾਨੂੰ ਕੇਂਦਰ ਸਰਕਾਰ ਦਾ ਲੱਗਦਾ ਚਾਹੀਦਾ ਹੈ ਕਿ ਇਸ ਕੋਰੋਨਾ ਮਹਾਮਾਰੀ ਕਰਕੇ, ਲੇਬਰ ਦੀ ਸਮੱਸਿਆ ਕਰਕੇ, ਸਮਾਜਿਕ ਡਿਸਟੈਂਸ ਰੱਖਣ ਕਰਕੇ, ਕੰਮ ਹੌਲੀ ਹੌਲੀ ਹੋਣ ਕਰਕੇ ਤਾਂ ਅਸੀਂ ਜਿਹੜੇ ਲੜ ਰਹੇ ਆ, ਜਿਹੜੇ ਅੰਨ ਪਦਾਰਥ ਭਰਨ ਦੀ ਖਾਤਰ ਜਿਹੜਾ ਸੰਘਰਸ਼ ਕਰ ਰਹੇ ਆ, ਉਹਨਾਂ ਦਾ ਜੇ ਲਾਗਤ ਖਰਚੇ ਵਧੇ ਨੇ ਤਾਂ ਉਹਨੂੰ ਮਤਲਬ ਕੰਪਨਸੇਟ ਕਰੇ ਕੇਂਦਰ ਸਰਕਾਰ। ਇੱਕ ਸਪੈਸ਼ਲ ਕਰੋਨਾ ਦੇ ਦੌਰ ਦੇ ਦੌਰਾਨ ਆਈਆਂ ਸਮੱਸਿਆਵਾਂ ਕਰਕੇ ਐਗਰੀਕਲਚਰ ਕਾਸਟ ਐਂਡ ਪ੍ਰਾਈਸ ਕਮਿਸ਼ਨ ਦੇ ਚੇਅਰਮੈਨ ਨੂੰ ਵੀ ਅਸੀਂ ਲਿਖਿਆ ਹੈ, ਤਾਂ ਹੋਰ ਉਹਨਾਂ ਨੂੰ ਸਟ੍ਰੈਸ ਵੀ ਦੇਵਾਂਗੇ। ਜੇ ਮੌਕਾ ਮਿਲਿਆ ਹਾਲਾਤ ਠੀਕ ਉਹਨਾਂ ਨੂੰ ਜਾ ਕੇ ਮਿਲਾਂਗੇ ਵੀ, ਇਹ ਕਾਸਟ ਦੇ ਵਿੱਚ ਪਾਉਣ। ਕੁਝ ਦਿਨਾਂ ਅੰਦਰ ਹੀ ਝੋਨੇ ਦਾ ਜਿਹੜਾ ਰੇਟ ਲਾਉਣਾ ਹੈ। ਔਰ ਮੈਂ ਤੁਹਾਡੇ ਜਰੀਏ ਹੁਣ ਇੱਥੇ ਆਮ ਆਦਮੀ ਪਾਰਟੀ ਵਾਲੇ ਬੈਠੇ ਨੇ, ਇਹਨਾਂ ਨੂੰ ਵੀ ਬੇਨਤੀ ਕਰਦਾ, ਜਿਹੜੇ ਹੋਰ ਸਮਾਜਿਕ ਵਰਕਰ ਜਾਂ ਪੋਲੀਟੀਕਲ ਟਿੱਪਣੀਕਾਰ ਪੱਤਰਕਾਰ ਨੇ ਉਹਨਾਂ ਨੂੰ ਵੀ ਕਰਦਾ ਬੇਨਤੀ ਕਿ ਤੁਸੀਂ ਵੀ ਰੌਲਾ ਪਾਓ ਕਿ ਕਿਸਾਨਾਂ ਦੀ ਐਗਰੀਕਲਚਰ ਜਿਹੜੇ ਪ੍ਰੋਡਕਸ਼ਨ ਹੋ ਰਹੀ ਆ ਉਹਦੀ ਕਾਸਟ ਵੱਧ ਰਹੀ ਆ। ਇਹਦੇ ਭਾਅ ਜਿਹੜੇ ਨੇ ਉਹ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਹੋਰ ਜ਼ਿਆਦਾ ਵਧਾਓ। ਲੜਾਈ ਉਧਰ ਨੂੰ ਕਿਸਾਨਾਂ ਨੂੰ ਸਿੱਧ ਕਰਨੀ ਚਾਹੀਦੀ ਹੈ, ਨਾ ਕਿ ਮਜ਼ਦੂਰਾਂ ਦੀ ਜੇ ਉਜਰਤ ਡਿਮਾਂਡ ਸਪਲਾਈ ਦੇ ਅਨੁਸਾਰ। ਐਤਕੀ ਜੇ ਡਿਮਾਂਡ ਜ਼ਿਆਦਾ ਹੈ, ਸਪਲਾਈ ਘੱਟ ਹੈ, ਜੇ ਐਤਕੀ ਉਹਨਾਂ ਨੂੰ ਵੱਧ ਪੈਸੇ ਥੋੜੇ ਦੇਣੇ ਪੈਂਦੇ ਨੇ ਤਾਂ ਕਿਸਾਨਾਂ ਨੂੰ ਦੇਣੇ ਚਾਹੀਦੇ ਨੇ। ਆਪਦਾ ਢਿੱਡ ਥੋੜਾ ਬੰਨ ਕੇ ਵੀ ਦੇਣੇ ਚਾਹੀਦੇ ਨੇ, ਖੁਸ਼ੀ ਵੀ ਦੇਣੇ ਚਾਹੀਦੇ ਨੇ, ਕਿਉਂਕਿ ਇਹਦਾ ਆਪਣਾ ਨਾਲ ਮਜ਼ਦੂਰਾਂ ਨੂੰ ਲੈ ਕੇ ਜਿਨ੍ਹਾਂ ਨੇ ਪਾਪਾ ਨੂੰ ਆਪਣੀ ਫਸਲ ਦਾ ਭਾਅ ਦੇਣਾ ਉਹਨਾਂ ਦੇ ਕੋਲ ਸਾਰੇ ਸੰਘਰਸ਼ ਲੈ ਕੇ ਜਾਵਾਂਗੇ। ਜੀ ਬਿਲਕੁਲ ਜੀ ਜਗਮੋਹਨ ਜੀ, ਸ਼ੁਕਰੀਆ। ਮੈਂ ਸਤਪਾਲ ਸਿੱਧੂ ਜੀ, ਜਾਂਦੇ ਜਾਂਦੇ ਤੁਹਾਡੀ ਟਿੱਪਣੀ ਚਾਹੁੰਦਾ ਹੈ। ਸਾਰੇ ਜਿਹੜੇ ਪੈਨਲਿਸਟ ਨੇ ਇਹਨਾਂ ਨੇ ਆਪਣਾ ਐਂਗਲ, ਭਾਈਚਾਰਕ ਸਾਂਝ ਦਾ ਸੱਦਾ ਤਾਂ ਜ਼ਰੂਰੀ ਹੈ, ਸਭ ਨੂੰ ਆਪਾਂ ਨੂੰ ਪਤਾ ਹੈ, ਤੇ ਅਦਰਵਾਈਜ਼ ਤੁਸੀਂ ਪਲਾਨਿੰਗ ਦੀ ਗੱਲ ਕਰਦੇ ਹੋ। ਸਰਕਾਰ ਨੂੰ ਕੀ ਸੋਚਣਾ ਚਾਹੀਦਾ, ਕੀ ਪਲਾਨ ਕਰਨਾ ਚਾਹੀਦਾ? ਮੈਂ ਵੈਸੇ ਪਹਿਲਾਂ ਵਾਲੇ ਸਭ ਦੱਸ ਚੁੱਕਿਆ ਵੀ ਪਲਾਨ ਇਦਾਂ ਦੀ ਹੋਣੀ ਚਾਹੀਦੀ ਹੈ ਕਿ ਇਹਨੂੰ ਜ਼ੋਨ ਦੇ ਵਿੱਚ ਡਿਵਾਈਡ ਕਰ ਲੈਣ। ਜ਼ੋਨ ਦੇ ਵਿੱਚ ਡਿਵਾਈਡ ਕਰਨ ਤੋਂ ਬਾਅਦ ਉਸ ਦੇ ਮੁਤਾਬਕ ਐਕਸ਼ਨ ਸ਼ੁਰੂ ਕਰਨ। ਕਿਸੇ ਜਗ੍ਹਾ ਤੇ ਐਡਵਾਂਸ ਜਗ੍ਹਾ ਦੇ ਦੇਣਾ ਚਾਹੀਦਾ ਹੈ। ਔਰ ਉਸ ਤੋਂ ਬਿਨਾਂ ਜਿਨ੍ਹਾਂ ਨੇ ਹੁਣ, ਜਿਵੇਂ ਮੈਂ ਕਿਸਾਨ ਯੂਨੀਅਨ ਦੇ ਲੀਡਰ ਨਾਲ ਕੁਛ ਕਾਫੀ ਹੱਦ ਤੱਕ ਸਹਿਮਤ ਹਾਂ, ਜਿਨ੍ਹਾਂ ਨੇ ਆਲਰੇਡੀ ਪਨੀਰੀ ਲਾ ਬੈਠੇ ਨੇ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਹੋਣਾ ਚਾਹੀਦਾ ਜੇ ਉਹ ਝੋਨਾ ਐਡਵਾਂਸ ਵੀ ਲਾਉਂਦੇ ਨੇ। ਅੱਛਾ, ਦੂਸਰੀ ਗੱਲ ਜਿਹੜੀ ਹੈਗੀ ਨਾ, ਬਿਜਲੀ ਬੋਰਡ ਦਾ ਚੇਅਰਮੈਨ ਜਿਹੜੇ ਨੇ ਉਹ ਜਿਹੜੀ ਗੱਲ ਕਹਿ ਰਹੇ ਨੇ ਉਹ ਗਲਤ ਕਹਿ ਰਹੇ ਨੇ। ਮੈਂ ਉਹਨਾਂ ਨਾਲ ਸਹਿਮਤ ਨਹੀਂ ਹਾਂ ਕਿ ਬਿਜਲੀ ਦੀ ਸਪਲਾਈ ਜਿਹੜੀ ਹੈ ਉਹ ਕੀਤੀ ਨਹੀਂ ਜਾ ਸਕਦੀ। ਸਪਲਾਈ ਕੀਤੀ ਜਾ ਸਕਦੀ ਹੈ, ਸਿਰਫ ਜਿਹੜੀ ਗੱਲ ਹੈਗੀ ਹੈ ਕਿਉਂਕਿ ਜਿੱਥੇ ਹੀਟ ਵੇਵਸ ਜ਼ਿਆਦਾ ਚੱਲਣਗੀਆਂ ਉੱਥੇ ਕਿਸਾਨਾਂ ਨੂੰ ਵੀ ਮੁਸ਼ਕਲ ਆਊਗੀ ਤੇ ਉਹ ਝੋਨਾ ਲਾਉਣ 'ਚ ਵੀ ਮੁਸ਼ਕਲ ਆਊਗੀ, ਤੇ ਉਹਨਾਂ ਉਸ ਏਰੀਏ ਦਾ ਜਿਹੜੀ ਡੇਟ ਹੈ ਉਹਨੂੰ ਅੱਗੇ ਕਰਤਾ ਜਾਵੇ, ਬੇਸ਼ੱਕ ਕਰਤਾ ਜਾਵੇ, ਕੋਈ ਫਰਕ ਨਹੀਂ ਪੈਣ ਲੱਗਿਆ। ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਉਹ ਇਸ ਗੱਲ ਨੂੰ ਥੋੜਾ ਜਿਹਾ ਬਰਦਾਸ਼ਤ ਕਰਨ ਕਿ ਜਿਨ੍ਹਾਂ ਏਰੀਆ ਦੇ ਵਿੱਚ ਹੀਟ ਵੇਵਸ ਜ਼ਿਆਦਾ ਚੱਲਦੀਆਂ ਨੇ, ਕਿਉਂਕਿ ਉੱਥੇ ਜਦੋਂ ਹੀਟ ਵੇਵ ਚੱਲਦੀ ਹੈ ਤਾਂ ਜਦੋਂ ਝੋਨੇ ਦੇ ਵਿੱਚ ਪਾਣੀ ਜਿਹੜਾ ਖੜਾਉਣ ਦੀ ਸਮੱਸਿਆ ਆਉਂਦੀ ਹੈ ਉਹਦੇ ਵਿੱਚ ਬਹੁਤ ਵੱਡੀ ਸਮੱਸਿਆ ਆਉਂਦੀ ਹੈ। ਝੋਨਾ ਲਾਉਣ ਦੇ ਵਿੱਚ ਕਾਫੀ ਵੱਡੀ ਸਮੱਸਿਆ ਆਉਂਦੀ ਹੈ। ਜੇਕਰ ਉਹਨਾਂ ਨੂੰ ਆਪਸ ਵਿੱਚ ਦੀ ਵੰਡ ਲਿਆ ਜਾਵੇ ਇਹ ਹੋ ਸਕਦਾ। ਦੂਸਰੀ ਗੱਲ ਜਿਹੜੀ ਲੇਬਰ ਦੀ ਗੱਲ ਹੈ, ਮੈਂ ਲੇਬਰ ਵਾਲੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਹਰ ਸਟੇਟ ਨੇ ਐਕਟ ਦੇ ਵਿੱਚ ਸੋਧ ਕਰਤੀ ਹੈ ਔਰ ਕ੍ਰਾਈਸਿਸ ਡਿਕਲੇਅਰ ਕਰਤਾ ਹੈ। ਔਰ ਜੇਕਰ ਇਹ ਸਮੱਸਿਆ ਇਦਾਂ ਹੀ ਰਹੀ ਤਾਂ ਆਉਣ ਵਾਲੇ ਸਮੇਂ 'ਚ ਜਿਹੜਾ ਸਾਨੂੰ ਜੇ ਕੋਈ ਬਚਾਊਗੀ, ਪੰਜਾਬ ਦੇ ਵਿੱਚ ਜੇ ਕੋਈ ਬਚਾਊਗੀ, ਸਾਡੀ ਭਾਈਚਾਰਕ ਸਾਂਝ ਬਚਾਊਗੀ। ਜੇਕਰ ਸਾਨੂੰ ਭਾਈਚਾਰਕ ਸਾਂਝ ਅਸੀਂ ਅੱਜ ਤੋੜ ਲਈ ਤਾਂ ਇਹ ਭਾਈਚਾਰਕ ਸਾਂਝ ਸਾਡੇ ਵਾਸਤੇ, ਦੋਨਾਂ ਧਿਰਾਂ ਵਾਸਤੇ ਇੱਕ ਸਮੱਸਿਆ ਬਣੂਗੀ। ਮੈਂ ਫੇਰ ਅਪੀਲ ਕਰਦਾ ਦੋਨਾਂ ਧਿਰਾਂ ਨੂੰ ਕਿ ਜੀ ਸ਼ੁਕਰੀਆ ਸਿੱਧੂ ਸਾਹਿਬ ਨੂੰ ਦੇਖਣ ਜਿੱਥੇ ਕੀ ਹਾਲ ਹੈ, ਉਹਨਾਂ ਬਹੁਤ ਮਾੜਾ ਹਾਲ ਹੈ ਬਾਕੀ ਹਿੰਦੁਸਤਾਨ ਦੇ ਵਿੱਚ। ਸਾਡੇ ਭਾਈਚਾਰਕ ਸਾਂਝ ਬਹੁਤ ਤਕੜੀ ਹੈ ਔਰ ਇਸ ਭਾਈਚਾਰਕ ਸਾਂਝ ਨੂੰ ਬਿਲਕੁਲ ਵਕਤ ਹੋ ਰਿਹਾ, ਬੋਲ ਕੇ ਨਾ ਤੋੜ। ਜੀ ਬਿਲਕੁਲ, ਦੇਖੋ ਗੱਲ ਇਹ ਹੈ, ਇਹ ਸਮੱਸਿਆ ਨੂੰ ਸਮਝਣ ਦੀ ਲੋੜ ਹੈ, ਸਰਕਾਰਾਂ ਨੂੰ ਚਾਹੀਦਾ। ਵੈਸੇ ਅੱਜ ਦੀ ਡਿਸਕਸ਼ਨ 'ਚੋਂ ਇੱਕ ਗੱਲ ਤੇ ਸਹਿਮਤੀ ਸਾਰੇ ਪੈਨਲਿਸਟ ਦੀ ਹੈ ਕਿ ਸਰਕਾਰਾਂ ਨੂੰ ਪਲਾਨਿੰਗ ਨਾਲ ਚੱਲਣਾ ਚਾਹੀਦਾ। ਸਰਕਾਰਾਂ ਨੂੰ ਕਿਸਾਨ ਯੂਨੀਅਨ, ਜਿਹੜੇ ਲੋਕ ਆਪ ਕੰਮ ਕਰਦੇ ਨੇ, ਜਿਹੜੇ ਲੋਕ ਸਿਰਫ ਦਫ਼ਤਰਾਂ 'ਚ ਬੈਠ ਕੇ ਥਿਊਰੀ ਪੜ੍ਹ ਕੇ ਜਿਹੜੇ ਲੋਕ ਆਏ ਨੇ, ਔਰ ਸਾਨੂੰ ਪਤਾ, ਮੈਂ PAU ਤੋਂ ਪੜ੍ਹਿਆ ਹੋਇਆ, ਮੈਨੂੰ ਪਤਾ ਹੈ
ਉੱਥੇ ਜਿਹੜੇ ਬੰਦੇ ਉਦੋਂ ਬਾਅਦ ਖੇਤੀਬਾੜੀ ਮਹਿਕਮੇ ਚ ਆ ਕੇ ਕੰਮ ਕਰਦੇ ਨੇ, ਉਹ ਵੀ ਘਰਾਂ, ਉਹ ਕਿਉਂਕਿ ਆਮ ਬੰਦੇ ਨੂੰ ਤਾਂ ਐਡਮਿਸ਼ਨ ਨਹੀਂ ਮਿਲਦੀ ਉੱਥੇ। ਜਿਹੜੇ ਪਿੰਡਾਂ ਦੇ ਬੱਚੇ ਜਿਨ੍ਹਾਂ ਨੂੰ ਸਭ ਕੁਝ ਪਤਾ ਹੈ, ਉਹਨਾਂ ਨੂੰ ਤਾਂ ਰੂਰਲ ਸੀਟ ਤੇ ਕਦੇ ਮਿਲ ਗਈ, ਨਹੀਂ ਤਾਂ ਐਡਮਿਸ਼ਨ ਨਹੀਂ ਮਿਲਦੀ, ਤੇ ਉਹਨਾਂ ਨੂੰ ਸਾਡੀਆਂ ਪ੍ਰੋਬਲਮ ਦਾ ਨਹੀਂ ਪਤਾ। ਤਾਂ ਪਲਾਨਿੰਗ ਕਰਨ ਵੇਲੇ ਉਹਨਾਂ ਨੂੰ ਵੀ ਨਾਲ ਰੱਖਿਆ ਜਾਵੇ, ਕਿਸਾਨ ਯੂਨੀਅਨ ਦੇ ਨੁਮਾਇੰਦੇ ਵੀ। ਲੇਕਿਨ ਇਹ ਗੱਲ ਜ਼ਰੂਰ ਸਹੀ ਹੈ, ਸਭ ਦੀ ਸਹੀ ਹੈ, ਕਿ ਸਾਨੂੰ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਬਣਾਉਣੀ ਚਾਹੀਦੀ ਹੈ।